ਸੁਜਾਨ ਸਿੰਘ ਦੀ 1959 ਵਿੱਚ ਪਹਿਲੀ ਵਾਰ ਛਪੀ ਪੁਸਤਕ ਦੁੱਖ ਸੁੱਖ ਦੀ ਕਹਾਣੀ ਹੈ ਅਨਜੋੜ। ਪਹਿਲਾ ਭਾਗ। ਪ੍ਰਕਾਸ਼ ਆਪਣੀ ਸਹੇਲੀ ਨਾਲ ਲਾਰੈਂਸ ਗਾਰਡਨ 'ਚ ਟਹਿਲ ਰਹੀ ਸੀ। ਅੱਜ ਉਹਦੀ ਸਾਰੀ ਪੁਸ਼ਾਕ ਚਿੱਟੇ ਰੇਸ਼ਮ ਦੀ ਸੀ, ਇੱਥੋਂ ਤੱਕ ਕਿ ਉਹਦਾ ਉੱਚੀ ਅੱਡੀ ਵਾਲਾ ਬੂਟ ਵੀ ਇਸ ਸੂਟ ਦੇ ਰੰਗ ਦਾ ਉਚੇਚਾ ਬਣਵਾਇਆ ਗਿਆ ਜਾਪਦਾ ਸੀ। ਪ੍ਰਕਾਸ਼ ਇੱਕ ਅਜੀਬ ਚਾਲ ਨਾਲ ਤੁਰੀ ਜਾ ਰਹੀ ਸੀ। ਕਵੀ ਨੂੰ ਤਾਂ ਇੱਕ ਕਲੀਆਂ ਨਾਲ ਖਹਿ ਖਹਿ ਕਰ ਮਸਤੀ ਕਰਨ ਵਾਲੀ ਹੌਲੀ ਹਵਾ ਭਾਸਦੀ ਸੀ। 2-3 ਕਾਲਜੀਏਟ ਮੁੰਡੇ ਪਰਲੀ ਰਵਸ਼ ਤੇ ਤੁਰੇ ਜਾਂਦੇ ਸਨ। ਇੱਕ ਨੇ ਵਿੱਚੋਂ ਕਿਹਾ, ਰੰਗ ਮੁਸ਼ਕੀ, ਨਾ ਖੰਘ ਨਾ ਖੁਸ਼ਕੀ। ਪ੍ਰਕਾਸ਼ ਨੇ ਮੋਢੇ ਉੱਤੋਂ ਇੱਕ ਕਹਿਰ ਭਰੀ ਨਜ਼ਰ ਨਾਲ ਉਹਨਾਂ ਵੱਲ ਤੱਕਿਆ। ਬੋਲਣ ਵਾਲਾ ਮੁੰਡਾ ਸਾਥੀਆਂ ਦੇ ਉਹਲੇ ਲੁਕ ਗਿਆ। ਕੁੜੀ ਨੇ ਆਪਣੀ ਧੌਣ ਆਕੜ ਨਾਲ ਫੇਰ ਲਈ, ਜਿਵੇਂ ਉਹ ਇਸ ਤੋਂ ਦੱਸਣਾ ਚਾਹੁੰਦੀ ਸੀ ਕਿ ਮੈਂ ਇਹਨਾਂ ਕੁੱਤਿਆਂ ਦੀ ਕੋਈ ਪਰਵਾਹ ਨਹੀਂ ਕਰਦੀ। ਉਹਦੀ ਨਜ਼ਰ ਜਦ ਆਪਣੀ ਸਹੇਲੀ ਸ਼ੀਲ ਨਾਲ ਮਿਲੀ ਤਾਂ ਮੁਸਕਰਾ ਰਹੀ ਸੀ। ਪ੍ਰਕਾਸ਼ ਤੋਂ ਵੀ ਨਾ ਰਿਹਾ ਗਿਆ। ਹੌਲੀ ਜਿਹੀ ਹੱਸ ਪਈ ਤੇ ਆਖਿਆ, ਕਿੱਡੇ ਸ਼ੈਤਾਨ ਹੁੰਦੇ ਨੇ ਕਾਲਜਾਂ ਦੇ ਮੁੰਡੇ, ਬੜੇ ਸ਼ੈਤਾਨ। ਪਿਛਲੀ ਵਾਰੀ ਜਦੋਂ ਸਰਦਾਰ ਹੋਰੀ ਇੱਥੇ ਆਏ ਸਨ, ਮੈਂ ਉਹਨਾਂ ਨਾਲ ਸੈਰ ਕਰਨ ਬਾਗ 'ਚ ਆਈ ਤੇ ਇੱਕ ਮੁੰਡਾ ਇਸੇ ਤਰ੍ਹਾਂ 7-8 ਦੇ ਝੁੰਡ 'ਚ ਬੋਲ ਉੱਠਿਆ, ਖੰਡ ਦੀ ਬੋਰੀ ਨੂੰ ਕੁੱਤਾ। ਸਰਦਾਰ ਜੀ ਮੇਰੇ ਵੱਲ ਤੱਕ ਕੇ ਮੁਸਕਰਾਏ, ਪਰ ਪ੍ਰਕਾਸ਼ ਮੈਂ ਤਾੜ ਲਿਆ ਕਿ ਉਹਨਾਂ ਨੂੰ ਇਸ ਮੁਸਕਰਾਹਟ ਲਈ ਕਿੰਨੀ ਬਨਾਵਟ ਵਰਤਣੀ ਪਈ, ਕਿੰਨਾ ਅਸਹਿ ਯਤਨ ਕਰਨਾ ਪਿਆ। ਕਿਉਂ ਸ਼ੀਲ, ਮੈਂ ਨਹੀਂ ਸਮਝੀ ਤੇਰੀ ਬੁਝਾਰਤ ਨੂੰ। ਬੜੇ ਸਿਆਣੇ ਨੇ ਸਰਦਾਰ ਹੋਰੀ ਪ੍ਰਕਾਸ਼, ਉਹ ਐਮਏ ਨੇ, ਉਹ ਮਨੁੱਖ ਮਨ ਨੂੰ ਸਮਝਦੇ ਨੇ ਤੇ ਇਸ ਤੋਂ ਵੀ ਵੱਧ ਉਹਨਾਂ ਦੀ ਰੂਹ ਛਾਂ ਦੀ ਛੋਹ ਨੂੰ ਵੀ ਮਹਿਸੂਸ ਕਰਦੀ ਹੈ। ਤੂੰ ਸ਼ੀਲ ਆਪਣੇ ਸਰਦਾਰ ਹੋਰਾਂ ਦੀ ਬੜੀ ਤਾਰੀਫ ਕਰਨੀ ਹੈ, ਪਰ ਮਾਫ ਕਰੀ, ਮੈਂ ਕੁਝ ਹੋਰ ਸਮਝਦੀ ਸੀ। ਹਾਂ ਸੱਚ, ਸ਼ੀਲ ਨੇ ਆਖਿਆ। 15-20 ਕਦਮ ਅੱਗੇ ਜਾ ਕੇ ਸਰਦਾਰ ਹੋਰੀ ਬੋਲੇ, ਸ਼ੀਲ, ਕਿਆ ਚੰਗਾ ਹੁੰਦਾ ਜੇ ਵਿਆਹ ਤੋਂ ਪਹਿਲਾਂ ਅਸੀਂ ਇੱਕ ਦੂਸਰੇ ਨੂੰ ਵੇਖ ਲੈਂਦੇ। ਮੈਂ ਕਦੇ ਵਿਆਹ ਨਾ ਕਰਵਾਉਂਦਾ ਸ਼ੀਲ, ਮੈਂ ਤੇਰਾ ਜੀਵਨ ਹੀ ਤਬਾਹ ਕਰ ਦਿੱਤਾ। ਤੇ ਉਹਨਾਂ ਦੀਆਂ ਅੱਖਾਂ 'ਚ ਹੰਝੂ ਸਨ। ਹੰਝੂ ਕਿਉਂ? ਪ੍ਰਕਾਸ਼ ਨੇ ਰਵਸ਼ ਦਾ ਮੋੜ ਮੁੜਦਿਆਂ ਬੜੀ ਹੈਰਾਨੀ ਨਾਲ ਪੁੱਛਿਆ। ਬੜਾ ਅਫਸੋਸ ਹੈ ਤੇਰੇ ਤੇ, ਤੂੰ ਇੰਨੀ ਪੜ੍ਹੀ ਲਿਖੀ ਹੋ ਕੇ ਵੀ ਇਹ ਗੱਲ ਨਹੀਂ ਸਮਝ ਸਕਦੀ। ਗੱਲ ਇਹ ਸੀ ਕਿ ਉਹਨਾਂ ਨੂੰ ਮੁੰਡਿਆਂ ਦੀ ਗੱਲ ਸੱਚ ਜਾਪਦੀ ਸੀ, ਪਰ ਉਹਨਾਂ ਬੇਸ਼ਰਮਾਂ ਨੂੰ ਪਤਾ ਨਹੀਂ ਸੀ ਕਿ ਮੈਂ ਆਪਣੇ ਚੰਗੇ ਸਰਦਾਰ ਜੀ ਨੂੰ ਕਿੰਨਾ ਪਿਆਰ ਕਰਦੀ ਹਾਂ। ਭਾਵੇਂ ਸ਼ੀਲ ਦਾ ਮੂੰਹ ਗੁੱਸੇ ਤੇ ਪਿਆਰ ਦੇ ਜਜ਼ਮਿਆਂ ਹੇਠ ਖਰਵਾ ਤੇ ਕੋਮਲ ਬਣਿਆ ਸੀ, ਫਿਰ ਵੀ ਪ੍ਰਕਾਸ਼ ਦੇ ਅਚਾਨਕ ਚੰਗੇ ਤੇ ਕਾਲੇ ਕਹਿਣ ਤੇ ਉਹਦਾ ਹਾਸਾ ਨਿਕਲ ਹੀ ਗਿਆ। ਦੇਖ ਸ਼ੀਲ, ਉਹ ਫੁੱਲ ਕਿੱਡਾ ਸੋਹਣਾ ਹੈ। ਪ੍ਰਕਾਸ਼ ਨੇ ਇੱਕ ਪੈਨਜ਼ੀ ਦੇ ਫੁੱਲ ਵੱਲ ਇਸ਼ਾਰਾ ਕਰਦਿਆਂ ਕਿਹਾ, ਨੀਲਾ ਪਰ ਸੋਹਣਾ, ਤੇਰੇ ਸਰਦਾਰ ਵਰਗਾ। ਪ੍ਰਕਾਸ਼ ਵਾਲੀ ਇੱਕ ਹੱਥ ਚੁੱਕ ਕੇ ਤੇ ਲੱਕ ਲਿਫਾ ਕੇ ਹੱਸੀ ਰਹੀ ਸੀ ਜਦੋਂ ਸ਼ੀਲ ਨੇ ਬਦਲਾ ਲੈਣ ਦੀ ਨੀਅਤ ਨਾਲ ਕਿਹਾ, ਤੇਰੇ ਵਰਗਾ ਨਾ। ਉਹ ਫੇਰ ਮੁੱਢੋਂ ਸੁੱਢੋਂ ਹੱਸ ਪਈਆਂ, ਪਰ ਇਹਨਾਂ ਦੇ ਬਰੀਕ ਜਿਹੇ ਹਾਸਿਆਂ ਨਾਲ ਇੱਕ ਹੋਰ ਮੋਟਾ ਜਿਹਾ ਹਾਸਾ ਇਉਂ ਰਲ ਗਿਆ ਜਿਵੇਂ 5ਵੀਂ ਸੁਰ ਨਾਲ ਪਹਿਲੀ। ਉਹ ਤਰਬਕ ਕੇ ਤੱਕਿਆ ਤੇ ਉਹਨਾਂ ਨੇ ਗੁਲਾਬ ਦੇ ਝਾੜ ਉੱਲੇ ਇੱਕ ਬੈਂਚ ਤੇ ਕਿਤਾਬਾਂ ਰੱਖ ਕੇ ਹਾਸੇ ਨੂੰ ਆਪਣੇ ਰੇਸ਼ਮੀ ਰੁਮਾਲ ਨਾਲ ਰੋਕਣ ਦੀ ਕੋਸ਼ਿਸ਼ ਕਰਦੇ ਨੌਜਵਾਨ ਨੂੰ ਵੇਖਿਆ। ਭਾਗ ਦੂਸਰਾ। ਸਰਦਾਰ ਜੀ ਨੂੰ ਕੋਠੇ ਤੋਂ ਬੁਲਾਓ, ਪ੍ਰਕਾਸ਼ ਨੇ ਆਗਿਆ ਕੀਤੀ। ਸਰਦਾਰ ਹੋਰੀ ਬੈਠਕ 'ਚ ਬੈਠੇ ਹੋਏ ਵਪਾਰੀ ਨਾਲ ਗੱਲਾਂ ਕਰਨ ਲੱਗ ਪਏ। ਰੇਲੂ ਨੇ ਉੱਤਰ ਦਿੱਤਾ, ਅੱਛਾ, ਜਦੋਂ ਵਿਹਲੇ ਹੋਣ ਮੇਰਾ ਸੁਨੇਹਾ ਪਹੁੰਚਾ ਦੇ। ਬਹੁਤ ਅੱਛਾ ਬੀਬੀ ਜੀ, ਰੇਲੂ ਨੇ ਅਦਬ ਨਾਲ ਸਿਰ ਝੁਕਾਉਂਦਿਆਂ ਕਿਹਾ। ਕੋਈ 15 ਮਿੰਟਾਂ ਮਗਰੋਂ ਪੌੜੀਆਂ 'ਚ ਖੜਾਕ ਹੋਇਆ ਤੇ ਪ੍ਰਕਾਸ਼ ਸੋਫੇ ਤੋਂ ਉੱਠ ਕੇ ਬੂਹੇ ਵੱਲ ਵਧੀ। ਕੀ ਹੁਕਮ ਹੋਇਆ ਹਜ਼ੂਰ ਦਾ? ਅਮੀਰ ਸਿੰਘ ਨੇ ਮੁਸਕਰਾਉਂਦਿਆਂ ਪੁੱਛਿਆ। ਤੁਹਾਡੇ ਕੋਲ ਟਾਈਮ ਹੈ? ਪ੍ਰਕਾਸ਼ ਨੇ ਬਿਨਾਂ ਜਵਾਬ ਦਿੱਤਿਆਂ ਪੁੱਛਿਆ। ਤੁਹਾਡੇ ਜੋਗਾ? ਬਹੁਤ। ਤੇ ਉਸੇ ਸਾਜ, ਓਏ ਰੇਲੂ, ਭਾਬੀ ਜੀ ਨੂੰ ਕਹਿ ਦੇ ਕਿ ਪ੍ਰਕਾਸ਼ ਅੱਜ ਰਸੋਈ 'ਚ ਨਹੀਂ ਆਏਗੀ। ਇਹੋ ਗੱਲ ਮੈਂ ਕਹਿਣ ਲੱਗੀ ਸਾਂ। ਅੱਛਾ, ਇੱਧਰ ਆਓ ਨਾ। ਤੇ ਉਹਨੇ ਸਰਦਾਰ ਜੀ ਦਾ ਹੱਥ ਫੜ ਲਿਆ ਤੇ ਉਹ ਦੋਵੇਂ ਸੋਫੇ ਵੱਲ ਨੂੰ ਤੁਰ ਪਏ। ਦੋਵੇਂ ਜਣੇ ਜਦੋਂ ਸੋਫੇ ਤੇ ਜਾ ਬੈਠੇ ਤਾਂ ਦੋਵਾਂ ਦੀਆਂ ਸੂਰਤਾਂ ਸਾਹਮਣੇ ਵਾਰਡਰੋਬ ਦੇ ਆਦਮਕਦ ਸ਼ੀਸ਼ੇ 'ਚ ਚਮਕ ਉੱਠੀਆਂ। ਪ੍ਰਕਾਸ਼ ਨੇ ਉਸੇ ਪਾਸੇ ਇਸ਼ਾਰਾ ਕਰਕੇ ਕਿਹਾ, ਸਰਦਾਰ ਜੀ ਦੇਖੋ ਨਾ, ਕਿਸੇ ਨੇ ਸਾਹਮਣੀ ਜੋੜੀ ਕਿੱਡੀ ਕੁਟੱਬੀ ਮੇਲੀ ਹੈ। ਕਿਉਂ? ਕਿਸ ਤਰ੍ਹਾਂ? ਮੈਂ ਤੁਹਾਡਾ ਮਤਲਬ ਨਹੀਂ ਸਮਝਿਆ। ਸਰਦਾਰ ਜੀ ਨੇ ਹੈਰਾਨਗੀ ਨਾਲ ਕਿਹਾ, ਇਹੋ ਕਿ ਮੈਂ ਤੁਹਾਡੇ ਲਾਇਕ ਨਹੀਂ। ਮੈਂ ਉਹਦਾ ਗਲ ਭਰ ਆਇਆ ਤੇ ਉਹਦੀਆਂ ਅੱਖਾਂ ਲਿਸ਼ਕ ਪਈਆਂ, ਪਰ ਅੱਥਰੂ ਬਣਨ ਤੋਂ ਪਹਿਲਾਂ ਹੀ ਉਹਨੇ ਉਹਨਾਂ ਨੂੰ ਪੀ ਲਿਆ। ਤੁਹਾਨੂੰ ਹੋ ਕੇ ਗਿਆ ਪ੍ਰਕਾਸ਼? ਅਮੀਰ ਸਿੰਘ ਨੇ ਕੋਲ ਹੋ ਕੇ ਪੁੱਛਿਆ। ਤਾਈਓ ਤੇ ਤੁਸੀਂ ਮੈਨੂੰ ਜਣੇ ਖਣੇ ਅੱਗੇ ਭੰਡਦੇ ਰਹਿੰਦੇ ਹੋ, ਮੇਰੇ ਰੰਗ ਦਾ ਹਮੇਸ਼ਾ ਮਖੌਲ ਉਡਾਉਂਦੇ ਹੋ। ਸ਼ੀਲ ਤੇ ਇਹੋ ਕਹਿੰਦੀ ਹੋਏਗੀ ਨਾ। ਮੈਂ ਕਦੋਂ ਹਾਸਾ ਉਡਾਇਆ? ਝੱਲੀ, ਸਵੇਰ ਦੀ ਗੱਲ ਪੱਲੇ ਬੰਨੀ ਫਿਰਦੀ ਹੈ।
ਉਹ ਤੇ ਤੁਹਾਡੀ ਹਾਸੇ ਵਾਲੀ ਗੱਲ ਸੁਣ ਕੇ ਮੈਨੂੰ ਹਾਸਾ ਆ ਗਿਆ। ਪ੍ਰਕਾਸ਼, ਤੂੰ ਹਮੇਸ਼ਾ ਰਾਈ ਦਾ ਪਹਾੜ ਬਣਾ ਲੈਂਦੀ ਹੈ ਤੇ ਤੁਸੀਂ ਹਮੇਸ਼ਾ ਪਹਾੜ ਨੂੰ ਰਾਈ। ਪ੍ਰਕਾਸ਼ ਨੇ ਕੁਝ ਕ੍ਰੋਧ ਤੇ ਨਿਹੋਰੇ ਨਾਲ ਆਖਿਆ। ਹਾਂ, ਮੇਰੀ ਆਦਤ ਹੀ ਇਹੋ ਜਿਹੀ ਬਣ ਗਈ ਹੈ। ਮੈਂ ਬਹੁਤੀਆਂ ਸੱਟਾਂ ਸਹੀਆਂ ਹੋਈਆਂ ਨੇ। ਮੈਂ ਕਈ ਗੱਲਾਂ ਦੇਖੀਆਂ, ਦੇਖਦਿਆਂ ਹੋਇਆਂ ਵੀ ਨਹੀਂ ਵੇਖਦਾ। ਮੇਰੀ ਵਿੱਦਿਆ ਨੇ, ਮੇਰੇ ਤਜਰਬੇ ਨੇ ਮੈਨੂੰ ਇਹ ਕੁਝ ਸਿਖਾਇਆ। ਮੈਂ ਤੁਹਾਡਾ ਮਤਲਬ ਨਹੀਂ ਸਮਝੀ। ਅਮੀਰ ਸਿੰਘ ਦਾ ਮੂੰਹ ਲਾਲ ਸੁਰਖ ਹੋ ਗਿਆ। ਉਹ ਉੱਠਿਆ ਤੇ ਫਰਸ਼ ਦੇ ਵਿਛੀ ਕਾਲੀਨ ਤੇ ਆਪਣਾ ਪੇਟੈਂਟ ਲੈਦਰ ਬੂਟ ਰਗੜ ਕੇ ਇਧਰੋਂ ਉਧਰ ਫਿਰਨ ਲੱਗਾ, ਜਿਵੇਂ ਕਿਸੇ ਤਕੜੇ ਭਾਰ ਹੇਠਾਂ ਮੁਸ਼ੱਕਤ ਕਰ ਰਿਹਾ ਹੋਵੇ। ਅਚਾਨਕ ਉਹ ਖੜਾ ਹੋ ਗਿਆ ਤੇ ਆਪਣੇ ਕੋਟ ਦੀ ਅੰਦਰਲੀ ਜੇਬ ਚੋਂ ਇੱਕ ਕਾਗਜ਼ ਕੱਢ ਕੇ ਬਿਨਾਂ ਤਹਿ ਖੋਲ੍ਹਿਆਂ ਪ੍ਰਕਾਸ਼ ਵੱਲ ਸੁੱਟਿਆ ਤੇ ਬੋਲਿਆ, ਮੈਨੂੰ ਕੀ ਲੋੜ ਹੈ ਕਿਸੇ ਦੀਆਂ ਚਿੱਠੀਆਂ ਪੜ੍ਹਦਾ ਫਿਰਾਂ, ਪਰ ਜਦੋਂ ਉਹਨਾਂ ਦਾ ਕਿਸੇ ਉੱਪਰੇ ਦੇ ਹੱਥ 'ਚ ਆਉਣ ਦਾ ਖਤਰਾ ਹੋਵੇ ਤੇ ਮੇਰੇ ਰਾਹ 'ਚ ਆ ਪੈਣ ਤਾਂ ਮੇਰਾ ਫਰਜ਼ ਹੈ ਕਿ ਮੈਂ ਉਹਨਾਂ ਦੇ ਮਜ਼ਬੂਨ ਨੂੰ ਲੁਕਾਵਾਂ ਤੇ ਉਹਦੇ ਮਾਲਕ ਨੂੰ ਉਹ ਚੀਜ਼ ਸੰਭਾਲ ਦੇਵਾਂ। ਕੋਈ ਮੇਰੀ ਇੱਜ਼ਤ ਦਾ ਭਾਈਵਾਲ ਤੇ ਨਹੀਂ, ਮੈਂ ਤਾਂ ਕਿਸੇ ਦੀ ਇੱਜ਼ਤ ਦਾ ਭਾਈਵਾਲ ਹਾਂ ਨਾ। ਤੁਸੀਂ ਹੈਰਾਨ ਹੋਗੇ ਕਿ ਮੈਂ ਚਿੱਠੀ ਦੇਖ ਕੇ ਹੈਰਾਨ ਨਹੀਂ ਹੋਈ ਤੇ ਨਾ ਹੀ ਮੈਂ ਡਰੀ। ਮੈਂ ਸਮਝਦਾ ਪ੍ਰਕਾਸ਼, ਜਿਸ ਨੂੰ ਦੂਸਰੇ ਪਾਸੇ ਆਸਰਾ ਮਿਲੇ ਉਹਨੂੰ ਡਰਨ ਦੀ ਕੀ ਲੋੜ ਹੈ। ਉਹ ਵੀ ਤੇ ਪ੍ਰੋਫੈਸਰ ਹੈ ਨਾ। ਵਿਆਹ ਤੋਂ ਪਹਿਲੋਂ ਮੇਰੇ ਮਿੱਤਰ ਆਖਦੇ ਸਨ, ਤੂੰ ਕਾਲੀ ਹੈ। ਮੇਰਾ ਖਿਆਲ ਸੀ ਕਿ ਤੇਰੇ ਵਰਗੀ ਕੁੜੀ ਮੈਨੂੰ ਪਿਆਰ ਕਰ ਸਕੇਗੀ, ਪਰ ਇਹ ਮੇਰੀ ਭੁੱਲ ਸੀ। ਮੇਰਾ ਇਸ ਵਿੱਚ ਕੋਈ ਕਸੂਰ ਨਹੀਂ ਸਰਦਾਰ ਜੀ। ਇਹ ਮੇਰੇ ਵੱਸ ਦੀ ਗੱਲ ਨਹੀਂ, ਇਹ ਮੇਰੇ ਪੇਕਿਆਂ ਦਾ ਕਸੂਰ ਹੈ। ਮੈਂ ਬਥੇਰੇ ਹੱਥ ਪੈਰ ਮਾਰੇ, ਪਰ ਉਹਨਾਂ ਇੱਕ ਨਾ ਮੰਨੇ। ਤੁਸੀਂ ਇਹਨੂੰ ਚੰਗੀ ਤਰ੍ਹਾਂ ਸਮਝ ਸਕਦੇ ਹੋ। ਤਾਂ ਜਿਹੜੀ ਖੁੱਲ੍ਹ ਤੇਰੇ ਮਾਪਿਆਂ ਨੇ ਤੈਨੂੰ ਨਹੀਂ ਦਿੱਤੀ, ਉਹ ਤੂੰ ਮੈਥੋਂ ਚਾਹੁੰਦੀ ਹੈ। ਪ੍ਰਕਾਸ਼ ਨੇ ਅੱਖਾਂ ਨੀਵੀਆਂ ਕਰ ਲਈਆਂ। ਅਮੀਰ ਸਿੰਘ ਫੇਰ ਬੋਲਿਆ, ਮੈਂ ਇਹ ਵੀ ਕਰ ਸਕਦਾ। ਮੇਰੇ 'ਚ ਬੜਾ ਜੁਰਕ ਹੈ। ਇਸ ਤੋਂ ਉਲਟ ਮੈਂ ਆਪਣੀ ਇੱਜ਼ਤ ਦਾ ਵੀ ਤੇਰੇ ਕੋਲੋਂ ਬਦਲਾ ਲੈ ਸਕਦਾ, ਉਹਨੂੰ ਵੀ ਤਬਾਹ ਕਰ ਸਕਦਾ, ਪਰ ਮੈਂ ਮੂਰਖ ਨਹੀਂ। ਪ੍ਰਕਾਸ਼ ਸਿਸਕੀਆਂ ਲੈ ਕੇ ਰੋ ਪਈ ਸੀ। ਫਿਰ ਅਮੀਰ ਸਿੰਘ ਬੋਲਿਆ, ਤੂੰ ਮੇਰੀ ਹਾਲਤ ਤੇ ਰਤਾ ਤਰਸ ਨਾ ਕੀਤਾ। ਪ੍ਰਕਾਸ਼ ਨੇ ਹੌਕੇ ਭਰਦਿਆਂ ਕਿਹਾ, ਅਸੀਂ ਦੋਵੇਂ ਇੱਕ ਦੂਜੇ ਤੇ ਤਰਸ ਕਰਦੇ ਰਹੇ ਹਾਂ। ਇਹ ਗਲਤ ਹੈ। ਅਮੀਰ ਸਿੰਘ ਨੇ ਰੁੱਖੇ ਬਣ ਕੇ ਕਿਹਾ, ਜਿੱਥੇ ਤਰਸ ਹੁੰਦਾ ਉੱਥੇ ਪਿਆਰ ਆ ਵਸਦਾ। ਤੇਰੇ ਨਾਲ ਮੇਰਾ ਪਿਆਰ ਇਦਾਂ ਹੀ ਬਣਿਆ ਸੀ ਨਾ। ਸਰਦਾਰ ਜੀ, ਮੈਂ ਇਸ ਨੂੰ ਨਹੀਂ ਸਮਝ ਸਕੀ। ਪ੍ਰਕਾਸ਼, ਮੁੱਕਦੀ ਗੱਲ, ਤੂੰ ਜਾ ਸਕਣੀ ਹੈ, ਬੜੀ ਖੁਸ਼ੀ ਨਾਲ ਜਾ ਸਕਣੀ ਹੈ। ਜੇ ਤੂੰ ਫੇਰ ਮੈਨੂੰ ਕਦੇ ਮੂੰਹ ਨਾ ਦਿਖਾਵੇਂ, ਮੈਂ ਬਚ ਨਾ ਸਕਾਂਗਾ। ਜੇ ਤੂੰ ਫੇਰ ਦਿਸ ਪਈ ਤੇ ਮੈਂ ਕਿਤੇ ਨਹੀਂ ਜਾਵਾਂਗੀ ਸਰਦਾਰ ਜੀ, ਪ੍ਰਕਾਸ਼ ਨੇ ਡੜਿਆ ਕੇ ਆਖਿਆ। ਤੂੰ ਇਸ ਘਰ 'ਚ ਇੱਕ ਪਲ ਨਹੀਂ ਰਹਿ ਸਕਦੀ। ਚਲੀ ਜਾ ਪ੍ਰਕਾਸ਼, ਨਹੀਂ ਤੇ ਮੈਨੂੰ ਚੌਕੀਦਾਰ ਬੁਲਾਉਣਾ ਪਏਗਾ। ਚੁੱਕ ਲੈ ਆਪਣਾ ਗਹਿਣਾ, ਆ ਲੈ ਆਪਣਾ ਖਰਚ। ਅਮੀਰ ਸਿੰਘ ਨੇ ਆਪਣੀ ਜੇਬ 'ਚੋਂ ਬਟੂਆ ਕੱਢ ਕੇ ਮੂੰਹ ਤੇ ਮਾਰਦਿਆਂ ਕਿਹਾ, ਤੂੰ ਜਾਂਦੀ ਨਹੀਂ, ਚਲੀ ਜਾ, ਨਹੀਂ ਤੇ ਖਬਰੇ ਮੈਂ ਕੀ ਕਰ ਬੈਠਾ। ਅਮੀਰ ਸਿੰਘ ਨੇ ਫਿਰ ਉਹਨੂੰ ਬੜੇ ਜ਼ੋਰ ਨਾਲ ਬਾਹੋਂ ਫੜ ਕੇ ਉਠਾਉਂਦਿਆਂ ਕਿਹਾ। ਭਾਗ ਤੀਸਰਾ। ਸਟੇਸ਼ਨ ਕਾਫੀ ਦੂਰ ਰਹਿ ਗਿਆ ਸੀ। ਨਹਿਰ ਟੱਪ ਕੇ ਟਾਂਗਾ ਮਿੰਟ ਗੁਮਰੀ ਸ਼ਹਿਰ ਵੱਲ ਨੂੰ ਜਾ ਰਿਹਾ ਸੀ। ਕਈ ਤਾਰੇ ਚਿੱਟੇ ਤੋਂ ਨੀਲੇ ਤੇ ਨੀਲੇ ਤੋਂ ਲਾਲ ਰੰਗ ਵਟਾ ਰਹੇ ਸਨ। ਕਿਸੇ ਬੰਗਲੇ 'ਚ ਕਲਾਕ ਨੇ ਹੁਣੇ ਹੀ 2 ਵਜਾਏ ਸਨ। ਪ੍ਰਕਾਸ਼ ਆਪਣੀ ਅਸਮਾਨ ਵੱਲ ਖਬਰੇ ਇਸੇ ਕਰਕੇ ਹੌਲੀ-ਹੌਲੀ ਛੱਡ ਰਹੀ ਸੀ ਕਿ ਕਿਤੇ ਇਹਦੇ ਨਾਲ ਤਾਰੇ ਵੀ ਠੰਡੇ ਨਾ ਹੋ ਜਾਣ। ਸ਼ਹਿਰ ਦੇ ਇੱਕ ਪਾਸੇ ਜਾ ਕੇ ਟਾਂਗਾ ਖਲੋ ਗਿਆ ਤੇ ਟਾਂਗੇ ਵਾਲੇ ਨੇ ਕਿਹਾ, ਭੈਣ ਜੀ, ਪ੍ਰੋਫੈਸਰ ਸਾਹਿਬ ਦਾ ਬੰਗਲਾ। ਵੀਰ, ਪ੍ਰਕਾਸ਼ ਨੇ ਬੜੇ ਪਿਆਰ ਨਾਲ ਕਿਹਾ, ਪ੍ਰੋਫੈਸਰ ਹੋਰਾਂ ਨੂੰ ਆਵਾਜ਼ ਤੇ ਮਾਰ ਦੇ। ਆਵਾਜ਼ ਮਾਰਨ ਤੇ ਕੁੱਤਾ ਭੌਂਕਿਆ। ਫਿਰ ਕਿਸੇ ਨੇ ਬੂਹੇ ਲਾਗਲੀ ਨਿੱਕੀ ਜਿਹੀ ਕੋਠੜੀ 'ਚੋਂ ਆਵਾਜ਼ ਦਿੱਤੀ, ਕੌਣ ਹੈ ਇਸ ਵਕਤ ਆਵਾਜ਼ें लगाता। टांगे वाले ने उत्तर दिता, भैया प्रोफेसर जी को बुलाओ, कोई रिश्तेदार है। अच्छा, मैं अभी जाकर उनको जगाता हूँ, जरा ठहरिए। चौकीदार दे बूहा खोलण दा खड़ाक होया। उस कोठी दे बरांडे दियां पौड़ियां चढ़ के बूहे लागे बिजली दी घंटी दा स्विच नप्पिया। घंटी दी घूकर बाहर तक सुनाई दिती। प्रकाश दा दिल धड़क रिहा सी। अज उहदी किस्मत दा फैसला होना सी। बूहा खड़किया। प्रोफेसर ने बाहर आके चौकीदार नूं पुछया, क्या है? कोई आपको मिलने वाले फाटक पर खड़ा है। प्रोफेसर हाथ च बैटरी लई बाग दे बूहे च आ गया। चौकीदार ने बूहा खोलिया। प्रकाश उस वेले अपनी शॉल ला के चुन्नी सवार रही सी। प्रोफेसर दी बैटरी दा चानण उहदे चेहरे ते पिया। चंबे दी पलकतन गुलाबी दी लाली च बदल गई। प्रकाश, तू किथे? प्रोफेसर ने घबरा के पुछया। तुहाडे चरनां च अज तुहाडे बिना मेरा कोई नहीं। तुहाडे पति? सरदार होरी राजीबाजी नहीं, रब उन्हां नूं हमेशा राजी रखे, पर हुण ओह मेरे पति नहीं। ये मैं की सुन रहा? सच सुन रहे हो? प्रकाश, तू गजब कीता, मेरी ते शादी हो चुकी है। प्रकाश फाटक दे कौले नाल ढो ला के बेसुरत हो गई।
ਪ੍ਰੋਫੈਸਰ ਨੇ ਮੋਢਿਓਂ ਫੜ ਕੇ ਸੰਭਾਲਦੇ ਉਹ ਹੋਸ਼ 'ਚ ਆ ਗਈ। ਗਜ਼ਬ ਕੀਤਾ ਸਰ। ਪ੍ਰੋਫੈਸਰ ਤੋਂ? ਪ੍ਰੋਫੈਸਰ ਬੁੱਤ ਬਣਿਆ ਹਿਲ ਖੜਾ ਸੀ। ਟਾਂਗੇ ਵਾਲੇ ਵਾਪਸ, ਪ੍ਰਕਾਸ਼ ਨੇ ਆਖਿਆ। ਫਿਰ ਉਹ ਗਿੜਗਿੜਾ ਉੱਠੀ ਤੇ ਪ੍ਰੋਫੈਸਰ ਦੇ ਪੈਰਾਂ 'ਚ ਗੋਡਿਆਂ ਭਾਰ ਡਿੱਗ ਪਈ। ਉਹਦੀਆਂ ਵੇਲਾਂ ਵਰਗੀਆਂ ਬਾਹਾਂ ਪ੍ਰੋਫੈਸਰ ਦੇ ਗੋਡਿਆਂ ਦੁਆਲੇ ਵਲੀਆਂ ਗਈਆਂ। ਮੈਂ ਵਾਪਸ ਨਹੀਂ ਜਾਵਾਂਗੀ ਸਰਦਾਰ ਜੀ, ਮੈਨੂੰ ਆਪਣੀ ਰਾਣੀ ਦੇ ਜੋੜੇ ਝਾੜਨ ਵਾਸਤੇ ਰੱਖ ਲਓ, ਬਾਵਰਚੀ ਖਾਨੇ ਵਾਸਤੇ ਰੱਖ ਲਓ, ਭਾਂਡੇ ਮਾਂਜਣ ਵਾਸਤੇ ਰੱਖ ਲਓ। ਪ੍ਰਕਾਸ਼ ਦੇ ਗਰਮ ਹੰਝੂ ਪ੍ਰੋਫੈਸਰ ਦੇ ਫੱਟੀਦਾਰ ਪਜਾਮੇ ਨੂੰ ਭਿਉਂ ਰਹੇ ਸਨ, ਪਰ ਇਸ ਗੱਲ ਦਾ ਟਾਂਗੇ ਵਾਲੇ ਚੌਕੀਦਾਰ ਤੋਂ ਸਿਵਾ ਕਿਸੇ ਨੂੰ ਪਤਾ ਨਹੀਂ ਸੀ ਕਿ ਪ੍ਰੋਫੈਸਰ ਦੀਆਂ ਗੱਲਾਂ ਉੱਤੋਂ ਵੀ ਹੰਝੂਆਂ ਦੀਆਂ ਧਾਰਾਂ ਵਗ ਰਹੀਆਂ ਸਨ। ਪ੍ਰੋਫੈਸਰ ਦੇ ਸੌਣ ਵਾਲੇ ਕਮਰੇ ਦੇ ਬੂਹੇ ਖੁੱਲਣ ਦਾ ਫਿਰ ਖੜਾਕ ਹੋਇਆ। ਪ੍ਰੋਫੈਸਰ ਦੀ ਘਬਰਾਹਟ ਪ੍ਰਕਾਸ਼ ਨੇ ਉਹਦੀਆਂ ਲੱਤਾਂ ਦੇ ਕਾਂਬੇ ਤੇ ਕਾਹਲੀ ਤੋਂ ਜਾਂਚ ਲਈ। ਉੱਠ ਖਲੋਤੀ ਤੇ ਆਪਣਾ ਆਪ ਸੰਭਾਲਣ ਲੱਗ ਪਈ। ਪ੍ਰੋਫੈਸਰ ਨੇ ਫੱਟੀਦਾਰ ਕਮੀਜ਼ ਦੀ ਜੇਬ 'ਚੋਂ ਰੁਮਾਲ ਕੱਢ ਕੇ ਆਪਣਾ ਮੂੰਹ ਪੂੰਝਿਆ। ਪ੍ਰੋਫੈਸਰ ਨੇ ਭੜੈਂਕ ਦੀ ਆਵਾਜ਼ 'ਚ ਕਿਹਾ, ਮੇਰੀ ਪਤਨੀ ਸੁਸ਼ੀਲ। ਸ਼ੀਲ? ਪ੍ਰਕਾਸ਼। ਦੋਵਾਂ ਜਣੀਆਂ ਨੇ ਗਲਵੱਕੜੀ ਪਾ ਲਈ। ਪ੍ਰਕਾਸ਼ ਪਹਿਲੋਂ ਬੋਲੀ, ਸ਼ੀਲ, ਇਸੇ ਕਰਕੇ ਖਬਰੇ ਤੂੰ ਮੈਨੂੰ ਆਪਣੇ ਵਿਆਹ ਤੇ ਨਹੀਂ ਸੱਦਿਆ ਕਿ ਮੈਂ ਕਿਤੇ ਜੀਜਾ ਜੀ ਨੂੰ ਦੇਖ ਨਾ ਲਵਾਂ, ਪਰ ਮੈਂ ਇਹਨਾਂ ਨੂੰ ਪਹਿਲਾਂ ਤੋਂ ਜਾਣਦੀ ਹਾਂ। ਮੈਂ ਮਿੰਟ ਕੁਮਰੀ ਖਾਸ ਕੰਮ ਆਈ ਸੀ। ਪ੍ਰਕਾਸ਼, ਅੰਦਰ ਚੱਲ ਕੇ ਗੱਲਾਂ ਹੋਣਗੀਆਂ, ਠੰਡ ਕਾਫੀ ਜ਼ਿਆਦਾ ਪੈ ਰਹੀ ਹੈ। ਕੁੱਕੜ ਨੇ ਇਸ ਵੇਲੇ ਬਾਂਗ ਦਿੱਤੀ। ਸ਼ੀਲ, ਮੈਂ ਸੁਨੇਹਾ ਦੇ ਚੁੱਕੀ, ਮੇਰੀ ਗੱਡੀ ਜਾਣ ਵਾਲੀ ਹੈ, ਚੱਲੀਏ। ਮੈਨੂੰ ਆਪਣਾ ਪਤਾ ਤੇ ਦੱਸ ਆਉਣਾ ਸੀ। ਪ੍ਰਕਾਸ਼ ਨੇ ਬਨੌਟੀ ਹਾਸਾ ਹੱਸਦਿਆਂ ਵਿਛੜਨ ਲੱਗਿਆ ਕਿਹਾ। ਟਾਂਗੇ ਵਾਲਾ ਤੇ ਚੌਕੀਦਾਰ ਇਸ ਡਰਾਮੇ ਨੂੰ ਦੇਖ ਕੇ ਹੈਰਾਨ ਖੜੇ ਸਨ। ਸ਼ੀਲਾ ਨੇ ਉਹਨੂੰ ਖਿੱਚਦਿਆਂ ਕਿਹਾ, ਚੱਲ ਪਹਿਲੋਂ ਅੰਦਰ ਚੱਲੀਏ, ਬਸ ਲਾਹੌਰ ਦੀ ਗੱਡੀ ਆਉਣ ਵਾਲੀ ਹੈ। ਤੇ ਉਹ ਆਪਣੇ ਆਪ ਨੂੰ ਛੁਡਾ ਕੇ ਟਾਂਗੇ ਤੇ ਆ ਚੜੀ। ਟਾਂਗਾ ਸਟੇਸ਼ਨ ਨੂੰ ਮੁੜਿਆ। ਸ਼ੀਲ ਟਾਂਗੇ ਤੇ ਘੋੜੇ ਦੇ ਮੁੜਨ ਤੋਂ ਵੀ ਕੁਝ ਨਾ ਸਮਝ ਸਕੀ। ਪ੍ਰੋਫੈਸਰ ਟੱਡੀਆਂ ਅੱਖਾਂ ਨਾਲ ਕਿੰਨਾ ਚਿਰ ਤਾਰਿਆਂ ਵੱਲ ਵੇਖਦਾ ਰਿਹਾ। ਅਗਲੀ ਕਹਾਣੀ ਹੈ ਪਠਾਨ ਦੀ ਧੀ। ਗਫੂਰ ਪਠਾਨ ਜਦ ਵੀ ਸ਼ਾਮ ਨੂੰ ਆਪਣੀ ਲਾਂਢੀ ਚਾਹੁੰਦਾ, ਉਹਨਾਂ ਲਾਂਢੀਆਂ ਵਿੱਚ ਰਹਿਣ ਵਾਲੇ ਬੱਚੇ ਕਾਬਲੀ ਵਾਲਾ ਕਰਦੇ ਆਪੋ ਆਪਣੀ ਲਾਂਢੀ 'ਚ ਜਾ ਲੁਕਦੇ। ਇੱਕ ਨਿੱਕਾ ਜਿਹਾ ਸਿੱਖ ਮੁੰਡਾ ਬੇਖੌਫ ਉੱਥੇ ਖੜੋਤਾ ਰਹਿੰਦਾ ਤੇ ਉਹਦੇ ਥੈਲੇ, ਖੁੱਲੇ ਡੁੱਲੇ ਕੱਪੜੇ, ਉਹਦੇ ਸਿਰ ਤੇ ਪਟੇ ਤੇ ਉਗੜ ਦੁਗੜੀ ਪੱਗ ਵੱਲ ਵੇਖਦਾ ਰਹਿੰਦਾ। ਗਫੂਰ ਨੂੰ ਉਹ ਬੱਚਾ ਬੜਾ ਪਿਆਰਾ ਲੱਗਦਾ ਸੀ। ਇੱਕ ਦਿਨ ਉਹਨੇ ਉਸ ਮੁੰਡੇ ਕੋਲੋਂ ਪਠਾਣੀ ਲਹਿਜੇ ਦੀ ਹਿੰਦੁਸਤਾਨੀ 'ਚ ਪੁੱਛਿਆ, ਕੀ ਤੈਨੂੰ ਮੇਰੇ ਕੋਲੋਂ ਡਰ ਨਹੀਂ ਆਉਂਦਾ ਲੜਕੇ? ਬੱਚੇ ਨੇ ਮੁਸਕਰਾ ਕੇ ਸਿਰ ਹਿਲਾ ਦਿੱਤਾ। ਗਫੂਰ ਦੇ ਸੁਰਖ ਚਿਹਰੇ ਤੇ ਹੋਰ ਲਾਲੀ ਦੌੜ ਗਈ। ਉਸ ਬੱਚੇ ਵੱਲ ਦੋਵੇਂ ਬਾਹਾਂ ਬੜੀ ਕੋਮਲਤਾ ਤੇ ਪਿਆਰ ਭਰੇ ਜਜ਼ਬੇ ਨਾਲ ਵਧਾਈਆਂ। ਬੱਚਾ ਪਠਾਨ ਦੀ ਲੱਤ ਨਾਲ ਚੰਬੜ ਗਿਆ, ਪਰ ਗਫੂਰ ਨੇ ਉਹਨੂੰ ਕੱਛਾਂ 'ਚ ਹੱਥ ਦੇ ਕੇ ਆਪਣੇ ਸਿਰ ਤੋਂ ਉੱਪਰ ਚੁੱਕ ਲਿਆ ਤੇ ਪਾਸਿਓਂ ਪਾਸੇ ਹਿਲਾ ਜੁਲਾ ਕੇ ਲਾਡ ਕਰਨ ਲੱਗ ਪਿਆ। ਸਾਹਮਣੀ ਲਾਂਢੀ ਵਿੱਚੋਂ ਬੱਚੇ ਦੀ ਭੈਣ ਨਿਕਲੀ, ਜੋ ਮਸੀਂ 8 ਕੁ ਵਰ੍ਹਿਆਂ ਦੀ ਸੀ। ਵੀਰ ਨਾਲ ਪਠਾਨ ਨੂੰ ਪਿਆਰ ਕਰਦਾ ਵੇਖ ਕੇ ਉਹ ਵੀ ਕੋਲ ਆ ਖੜੋਤੀ। ਪਠਾਨ ਬੜੀ ਜ਼ੋਰ ਦੀ ਖਿੜਖੜਾ ਕੇ ਹੱਸ ਰਿਹਾ ਸੀ ਤੇ ਵੀਰੋ ਦਾ ਵੀਰ ਅਜਮੇਰ ਪੈਰ ਦੇ ਠੁੱਡਾਂ ਨਾਲ ਪਠਾਨ ਦੀ ਪੱਗ ਉਡਾਣੀ ਚਾਹੁੰਦਾ ਸੀ। ਆਖਰ ਇੱਕ ਠੁੱਡੇ ਨਾਲ ਉਹਦੀ ਪੱਗ ਥੱਲੇ ਜਾ ਪਈ। ਗਫੂਰ ਜ਼ੋਰ ਦੀ ਹੱਸਿਆ ਤੇ ਅਜਮੇਰ ਨੂੰ ਥੱਲੇ ਉਤਾਰ ਕੇ ਕਹਿਣ ਲੱਗਾ, ਬਾਬਾ ਤੁਮ ਜੀਤਾ। ਜਦ ਪਠਾਨ ਨੇ ਵੀਰੋ ਨੂੰ ਆਪਣੇ ਲਾਗੇ ਖੜਿਆਂ ਦੇਖਿਆ ਤਾਂ ਉਸ ਅਜਮੇਰ ਕੋਲੋਂ ਪੁੱਛਿਆ, ਕੀ ਇਹ ਤੇਰੀ ਭੈਣ ਹੈ? ਅਜਮੇਰ ਨੇ ਬੁੱਲ ਮੀਟ ਕੇ ਮੁਸਕਰਾਉਂਦਿਆਂ ਕਿਹਾ, ਕਾਬਲੀ ਵਾਲੇ ਨੇ ਇੱਕ ਹੱਥ ਨਾਲ ਵੀਰੋ ਤੇ ਦੂਜੇ ਹੱਥ ਨਾਲ ਅਜਮੇਰ ਨੂੰ ਲੱਕ ਦੁਆਲਿਓਂ ਫੜ ਲਿਆ ਤੇ ਲੱਗਾ ਜ਼ੋਰ ਦੀ ਚੱਕਰ ਲਾਉਣ। ਬੱਚੇ ਖਿੜ-ਖਿੜ ਹੱਸਦੇ ਸਨ ਤੇ ਗਫੂਰ ਉੱਚੀ-ਉੱਚੀ ਹੂੰ ਕਰੀ ਜਾਂਦਾ ਸੀ। ਇਸ ਹੂੰ ਨੂੰ ਸੁਣ ਕੇ ਨਿੱਕੀ ਕੁੜੀ ਨੂੰ ਕੁੱਛੜ ਚੁੱਕੀ ਤੇ ਜੋ ਬਾਹਰ ਨਿਕਲੀ ਤੇ ਆਪਣੇ ਬੱਚਿਆਂ ਨੂੰ ਗਫੂਰ ਕੋਲੋਂ ਹੂਟੇ ਲੈਂਦੇ ਵੇਖ ਕੇ ਡਰ ਜੀ ਗਈ, ਪਰ ਪੰਜਾਬਣਾ ਵਾਲਾ ਹੌਸਲਾ ਕਰਕੇ ਬੋਲੀ, ਵੇ ਅਜਮੇਰ, ਨੀ ਵੀਰੋ। ਗਫੂਰ ਉੱਥੇ ਦਾ ਉੱਥੇ ਖੜੋ ਗਿਆ ਤੇ ਬੱਚਿਆਂ ਦੀ ਮਾਂ ਦੀ ਚੜੀ ਹੋਈ ਤਿਉੜੀ ਤੇ ਖਿੱਚੀਆਂ ਹੋਈਆਂ ਅੱਖਾਂ ਵੇਖ ਕੇ ਉਸ ਦੋਹਾਂ ਨੂੰ ਉਤਾਰ ਦਿੱਤਾ ਤੇ ਆਪ ਮਸੀ ਡਿੱਗਣੋਂ ਬਚਿਆ। ਤੇਜੋ ਨੇ ਬੱਚਿਆਂ ਨੂੰ ਡਾਂਟਦਿਆਂ ਕਿਹਾ, ਆ ਲੈਣ ਦਿਓ ਅੱਜ ਤੁਹਾਡੇ ਬਾਪੂ ਨੂੰ। ਵੀਰੋ ਝੱਟ ਅੰਦਰ ਜਾ ਵੜੀ, ਪਰ ਅਜਮੇਰ ਡਟ ਕੇ ਖਲੋ ਗਿਆ ਤੇ ਫੌਜੀਆਂ ਵਾਂਗ ਕਮਰ ਤੇ ਦੋਵੇਂ ਹੱਥ ਰੱਖ ਕੇ ਕਹਿਣ ਲੱਗਾ, ਆ ਲੈਣ ਦੇ ਫਿਰ। ਤੇਜੋ ਨੇ ਗਾਂਹ ਵੱਧ ਕੇ ਅਜਮੇਰ ਨੂੰ ਬਾਹੋਂ ਫੜ ਲਿਆ ਤੇ ਉਹਨੂੰ ਧੂੰਦੀ ਆਪਣੀ ਲਾਂਢੀ 'ਚ ਲੈ ਗਈ। ਗਫੂਰ ਕਿੰਨਾ ਚਿਰ ਅਜਮੇਰ ਦਾ ਰੋਣਾ ਧੋਣਾ ਸੁਣਦਾ ਰਿਹਾ। ਆਖਰ ਉਹ ਆਪਣੇ ਅੰਦਰ ਵੜਿਆ ਤੇ ਆਪਣੇ ਝੋਲੇ ਵਿੱਚੋਂ ਨਿੱਕਾ ਜਿਹਾ ਟੁੱਟਾ ਸ਼ੀਸ਼ਾ ਕੱਢ ਕੇ ਮੂੰਹ ਦੇਖਣ ਲੱਗ ਪਿਆ। ਉਸ ਦਿਨ ਉਸ ਰੋਟੀ ਨਾ ਪਕਾਈ ਤੇ ਐਵੇਂ ਹੀ ਸੌਂ ਗਿਆ। ਕਿਸੇ ਨੂੰ ਪਤਾ ਨਹੀਂ ਸੀ ਕਿ ਗਫੂਰ ਕੀ ਕੰਮ ਕਰਦਾ ਹੈ। ਕੋਈ ਕਹਿੰਦਾ ਸੀ ਕਿ ਹਿੰਗ, ਜ਼ੀਰਾ ਤੇ ਸਾਲਬ ਵੇਚਦਾ ਹੈ, ਕੋਈ ਕਹਿੰਦਾ ਸੀ ਸੂਦੀ ਰੁਪਏ ਦਿੰਦਾ ਹੈ,
ਤੇ ਬੜਾ ਵਿਆਜ ਲੈਂਦਾ ਹੈ। ਕੋਈ ਕਹਿੰਦਾ ਸੀ ਕਿ ਇਸ ਕੋਲੋਂ ਬਚ ਕੇ ਰਹਿਣਾ, ਇਹ ਨਿਆਣਿਆਂ ਨੂੰ ਚੁੱਕ ਕੇ ਲੈ ਜਾਂਦੇ ਹੁੰਦੇ ਜੇ ਪਠਾਨ। ਲਾਂਢੀ ਦੀਆਂ ਕਤਾਰਾਂ ਵਿੱਚ ਸਾਰੇ ਉੜੀਏ, ਬੰਗਾਲੀ, ਬਿਹਾਰੀ ਮਜ਼ਦੂਰ ਰਹਿੰਦੇ ਸਨ। ਕਿਸੇ ਦਾ ਹੀ ਬਾਲ ਬੱਚਾ ਨਾਲ ਸੀ। ਉਹਨਾਂ ਦੇ ਬੱਚੇ ਤੇ ਕਿਤੇ ਰਹੇ, ਉਹ ਆਪ ਵੀ ਪਠਾਣਾ ਕੋਲੋਂ ਬੜੇ ਡਰਦੇ ਸਨ। ਲਾਂਢੀਆਂ ਦੀਆਂ ਆਮੋ ਸਾਹਮਣੇ ਕਤਾਰਾਂ ਵਿੱਚ ਦੇ ਸਿਰ ਤੇ ਅਜਮੇਰ ਤੇ ਗਫੂਰ ਪਠਾਣ ਦਾ ਘਰ ਸੀ। ਅਜਮੇਰ ਦਾ ਪਿਓ ਰਿਜ਼ਰਵ 'ਚ ਆਇਆ ਹੋਇਆ ਫੌਜੀ ਸੀ ਤੇ ਲਾਗਲੀ ਮਿਲ 'ਚ ਚੌਕੀਦਾਰ ਦਾ ਕੰਮ ਕਰਦਾ ਸੀ। ਤੇਜੋ ਨੇ ਆਉਂਦਿਆਂ ਹੀ ਮਾਲਕ ਤੇ ਖੂਬ ਕੰਨ ਭਰੇ। ਦਿਨ ਚੜ੍ਹਦਿਆਂ ਅਜਮੇਰ ਦੇ ਬਾਪੂ ਨੇ ਗਫੂਰ ਦੀ ਲਾਂਢੀ ਦਾ ਟੀਨ ਦਾ ਬੂਹਾ ਜਾ ਖੜਕਾਇਆ। ਕੁਝ ਚਿਰ ਮਗਰੋਂ ਗਫੂਰ ਸਿਰ ਨੰਗਾ ਅੱਖਾਂ ਮਲਦਾ ਬਾਹਰ ਨਿਕਲਿਆ ਤੇ ਉਹਨੂੰ ਸਾਹਮਣੇ ਦੇਖ ਕੇ ਕਹਿਣ ਲੱਗਾ, ਕਿਆ ਗੱਲ ਹੈ ਜਮਾਦਾਰਾ, ਸਰਦਾਰਾ? ਵੀਰੋ ਦੇ ਪਿਓ ਨੇ ਟੁੱਟੀ ਭੱਜੀ ਹਿੰਦੁਸਤਾਨੀ 'ਚ ਕਿਹਾ, ਦੇਖ ਭਾਈ, ਤੂੰ ਮੁਸਲਮਾਨ ਹੈ ਖਾਨ ਤੇ ਅਸੀਂ ਹਾਂ ਸਿੱਖ ਲੋਕ। ਤੂੰ ਸਾਡੇ ਬੱਚਿਆਂ ਨਾਲ ਨਾ ਸਿੱਖ ਹੈ ਕਿ ਮੁਸਲਮਾਨ, ਬੱਚਾ तो सबका एक है सरदार, खुदा तो सबका एक है। ਜਮਾਦਾਰ ਨੇ ਗਰਮ ਹੁੰਦਿਆਂ ਕਿਹਾ, ਏਕ ਵੇਖ ਕੋਈ ਨਹੀਂ, ਤੂੰ ਸਾਡੇ ਬੱਚਿਆਂ ਨਾਲ ਨਾ ਖੇਡ, ਨਹੀਂ ਤੇ ਜੇ ਤੂੰ ਪਠਾਨ ਹੈ ਤਾਂ ਮੈਂ ਵੀ ਸਿੱਖ ਹਾਂ। ਪਠਾਨ ਨੇ ਆਪਣੇ ਕੌਮੀ ਸੁਭਾਅ ਦੇ ਉਲਟ ਹੋਰ ਨਰਮਾਈ ਨਾਲ ਕਿਹਾ, ਸਭ ਬੱਚੇ ਮੇਰੇ ਕੋਲੋਂ ਡਰਦੇ ਨੇ, ਤੇਰੇ ਬੱਚੇ ਮੇਰੇ ਕੋਲੋਂ ਨਹੀਂ ਡਰਦੇ। ਮੈਨੂੰ ਉਹ ਚੰਗੇ ਲੱਗੇ ਸੀ। ਤੂੰ ਆਪਣੇ ਬੱਚਿਆਂ ਨੂੰ ਹਟਾ ਲੈ ਕਿ ਮੇਰੇ ਕੋਲ ਨਾ ਆਉਣ। ਮੈਂ ਕਿਸੇ ਨੂੰ ਸੱਦਦਾ ਨਹੀਂ, ਮੈਂ ਤੇ ਇਕੱਲਾ ਰਹਿਣ ਹੋ ਰਿਹਾ ਹੋਇਆ। ਬਸ ਜਮਾਦਾਰ ਨੇ ਕਿਹਾ, ਫੈਸਲਾ ਹੋ ਗਿਆ। ਬੱਚੇ ਅਕਸਰ ਦਾ ਬਚਾ ਕੇ ਗਫੂਰ ਦੇ ਸਾਹਮਣੇ ਆਉਂਦੇ ਸਨ, ਪਰ ਗਫੂਰ ਉਹਨਾਂ ਨੂੰ ਘੂਰੀ ਵੱਟ ਕੇ ਤੇ ਇਹ ਕਹਿ ਕੇ ਨਸਾ ਦਿੰਦਾ ਸੀ ਕਿ ਤੁਹਾਡਾ ਬਾਪ ਮਾਰੇਗਾ। ਫਿਰ ਵੀ ਕਈ ਵਾਰੀ ਗਫੂਰ ਦਾ ਜੀ ਪਸੀਜ ਜਾਂਦਾ ਸੀ ਤੇ ਚੋਰੀ ਉਹਨਾਂ ਨੂੰ ਕਾਬਲ ਦਾ ਸਰਦਾ ਜਾਂ ਕੰਧਾਰ ਦਾ ਅਨਾਰ ਦੇ ਦਿੰਦਾ ਸੀ ਤੇ ਕਹਿੰਦਾ ਸੀ ਕਿ ਚੋਰੀ ਖਾ ਕੇ ਘਰ ਜਾਣਾ। ਬੱਚੇ ਇਉਂ ਹੀ ਕਰਦੇ ਸਨ। ਵੀਰੋ ਤੇ ਅਜਮੇਰ ਕੋਲੋਂ ਛੋਟੀ ਤੇ ਕੁੱਛੜਲੀ ਕੁੜੀ ਕੋਲੋਂ ਵੱਡੀ ਤੇਜੋ ਦੀ ਇੱਕ ਹੋਰ ਧੀ ਸੀ। ਉਹ ਬਹੁਤ ਘੱਟ ਘਰੋਂ ਬਾਹਰ ਨਿਕਲਦੀ ਸੀ। ਨਿੱਕੀ ਕੁੜੀ ਦੇ ਜੰਮਣ ਤੋਂ ਪਹਿਲਾਂ ਉਹ ਬੜੀ ਛਿੰਦੀ ਸੀ। ਹੁਣ ਮਾਂ ਦਾ ਪਿਆਰ ਨਵੇਂ ਬਾਲ ਵੱਲ ਹੋਣ ਕਰਕੇ ਉਹ ਪਿਆਰ ਦੀ ਥੋੜ ਅਣਜਾਣਿਆ ਮਹਿਸੂਸ ਕਰਦੀ ਸੀ ਤੇ ਅਕਸਰ ਮਾਮੂਲੀ ਗੱਲ ਤੇ ਰੋ ਪੈਂਦੀ ਸੀ ਤੇ ਜ਼ਿੱਦਾਂ ਕਰਦੀ ਸੀ। ਤੇਜੋ ਉਹਨੂੰ ਗੁੱਸੇ ਹੁੰਦੀ ਸੀ, ਰੋਂਦੀ ਸੀ ਤੇ ਉਹਨੂੰ ਹੋਰ ਮਾਰ ਪੈਂਦੀ ਸੀ। ਤੇਜੋ ਵੱਲੋਂ ਕੁੜੀ ਦੀ ਇਹ ਹਾਲਤ ਵੇਖ ਕੇ ਵੀਰੋ ਤੇ ਅਜਮੇਰ ਵੀ ਉਹਨੂੰ ਦਾ ਲੱਗਦੇ ਕੁੱਟ ਲੈਂਦੇ ਸਨ ਤੇ ਜਦ ਉਹ ਰੋਂਦੀ ਸੀ ਤੇ ਐਵੇਂ ਰੋਂਦੀ ਹੈ ਕਹਿ ਕੇ ਤੇਜੋ ਕੋਲੋਂ ਹੋਰ ਮਾਰ ਪਵਾ ਦਿੰਦੇ ਸਨ। ਕੁੜੀ ਰੁੱਲ ਜੀ ਗਈ ਤੇ ਆਪਣੇ ਬਚਾਅ ਵਾਸਤੇ ਲਾਂਢੀਓਂ ਬਾਹਰ ਫਿਰਨਾ ਤੁਰਨਾ ਸ਼ੁਰੂ ਕੀਤਾ। ਵੱਡੇ ਬਾਲ ਫਿਰ ਵੀ ਉਹਦਾ ਪਿੱਛਾ ਨਹੀਂ ਸੀ ਛੱਡਦੇ। ਗਫੂਰ ਰੋਜ਼ ਸਭ ਦੇਖਦਾ ਸੀ ਪਰ ਕੁਝ ਕਹਿ ਨਹੀਂ ਸੀ ਸਕਦਾ। ਵੱਡਿਆਂ ਬੱਚਿਆਂ ਦੀ ਚਾਹ ਉਹਦੇ ਦਿਲ ਚੋਂ ਘਟਦੀ ਗਈ ਤੇ ਜ਼ਾਲਮਾਂ ਨੂੰ ਛੱਡ ਕੇ ਮਜ਼ਲੂਮ ਨਾਲ ਉਹਦੀ ਹਮਦਰਦੀ ਵਧੀ। ਬਹੁਤਾ ਚਿਰ ਪੰਜਾਬੀਆਂ ਦੇ ਸਾਹਮਣੇ ਰਹਿਣ ਕਰਕੇ ਉਹ ਪੰਜਾਬੀਆਂ ਦੀ ਬੋਲੀ ਕਾਫੀ ਸਮਝ ਲੈਂਦਾ ਸੀ ਤੇ ਤੇਜੋ ਦੀਆਂ ਨਿੱਕੀ ਕੁੜੀ ਨੂੰ ਦਿੱਤੀਆਂ ਗਾਲਾਂ ਸੁਣ ਕੇ ਬੜਾ ਦੁਖੀ ਹੁੰਦਾ ਸੀ। ਇਹਨਾਂ ਦਿਨਾਂ ਵਿੱਚ ਕਿਸੇ ਖੁਨਾਮੀ ਕਰਕੇ 2 ਮਹੀਨਿਆਂ ਲਈ ਜਮਾਦਾਰ ਦੀ ਨੌਕਰੀ ਟੁੱਟ ਗਈ। ਫਿਰ ਤੇ ਕੁੜੀ ਦੀ ਸ਼ਾਮਤ ਆ ਗਈ, ਜਿਹੜਾ ਆਵੇ ਉਹਨੂੰ ਕੁੱਟੇ। ਤੇਜੋ ਕਹੇ ਇਹ ਰੋਂਦੀ ਰਹਿੰਦੀ ਸੀ ਤਾਂ ਸਾਡੀ ਨੌਕਰੀ ਗਈ। ਮਹੀਨੇ ਦੇ ਮਹੀਨੇ ਤਨਖਾਹ ਮਿਲਣ ਨਾਲ ਮਸੀਂ ਰੋਟੀ ਦਾ ਗੁਜ਼ਾਰਾ ਤੁਰਦਾ ਸੀ। ਬੜੀ ਔਕੜ ਬਣੀ। ਮਜ਼ਲੂਮ ਦੇ ਰਹਿਮ ਨੇ ਗਫੂਰ ਦੇ ਦਿਲ 'ਚ ਜ਼ਾਲਮ ਤੇ ਰਹਿਮ ਕਰਨ ਦਾ ਜਜ਼ਬਾ ਉਭਾਰਿਆ। ਉਸ ਇੱਕ ਦਿਨ ਜਮਾਦਾਰ ਨੂੰ ਸੱਦਿਆ ਤੇ ਕਿਹਾ, ਸਰਦਾਰ, ਤੂੰ ਮੇਰਾ ਭਾਈ ਹੈ, ਮੈਨੂੰ ਪਤਾ ਹੈ ਤੈਨੂੰ ਤੰਗੀ ਹੈ, ਮੈਂ ਤੇਰੀ ਮਦਦ ਕਰਨੀ ਚਾਹੁੰਦਾ ਤੇ ਨਾ ਕਰੀ। ਸਰਦਾਰ ਚੁੱਪ ਸੀ ਤੇ ਗਫੂਰ ਨੇ 15 ਦੇ ਨੋਟ ਉਹਦੇ ਹੱਥ 'ਚ ਦਿੱਤੇ। ਘਰ 'ਚ ਲੋੜ ਸੀ, ਦਿਲ ਪਠਾਨ ਕੋਲੋਂ ਮਦਦ ਲੈਣ ਨੂੰ ਨਹੀਂ ਸੀ ਕਰਦਾ, ਪਰ ਫਿਰ ਵੀ ਉਸ 15 ਰੁਪਏ ਰੱਖ ਲਏ। ਸੋਚਿਆ ਮੇਰੀ ਨੌਕਰੀ ਲੱਗ ਜਾਏਗੀ ਤਾਂ ਸਣੇ ਸੂਦ ਮੋੜ ਦੇਵਾਂਗਾ। ਜਾਣ ਲੱਗਿਆ ਜਮਾਦਾਰ ਨੂੰ ਫਿਰ ਬੁਲਾ ਕੇ ਆਪਣਿਆਂ ਵਾਂਗ ਮੋਢੇ ਤੇ ਹੱਥ ਰੱਖ ਕੇ ਗਫੂਰ ਨੇ ਕਿਹਾ, ਸਰਦਾਰ, ਤੇਰੀ ਔਰਤ ਤੇ ਦੋਵੇਂ ਵੱਡੇ ਬੱਚੇ ਛੋਟੀ ਲੜਕੀ ਨੂੰ ਮਾਰਦੇ ਰਹਿੰਦੇ ਐ। ਨਾਦਾਨ ਬੇਕਸੂਰ ਹੈ, ਉਹਨੂੰ ਮਤ ਮਾਰੋ। ਮੈਨੂੰ ਬੜੀ ਤਕਲੀਫ ਹੁੰਦੀ ਹੈ, ਮਤ ਮਾਰੋ। ਦੇਖੋ ਉਹ ਕਮਜ਼ੋਰ ਹੈ, ਮਰ ਜਾਏਗੀ। ਕਿੰਨਾ ਚਿਰ ਪਠਾਨ ਦੀਆਂ ਤਰਲਿਆਂ ਭਰੀਆਂ ਅੱਖਾਂ ਜਮਾਦਾਰ ਨੂੰ ਯਾਦ ਰਹੀਆਂ। ਉਸ ਤੇਜੋ ਨੂੰ ਆਖਿਆ ਕਿ ਉਹ ਕੁੜੀ ਨੂੰ ਮਾਰਿਆ ਨਾ ਕਰੇ, ਪਰ ਤੇਜੋ ਤੇ ਬੱਚਿਆਂ ਦੀ ਆਦਤ ਪੱਕ ਚੁੱਕੀ ਸੀ। ਜਦ ਸਰਦਾਰ ਨੂੰ ਨਵੀਂ ਥਾਂ ਤੋਂ ਪਹਿਲੀ ਤਨਖਾਹ ਮਿਲੀ ਤਾਂ ਉਹ ਪਹਿਲੋਂ ਗਫੂਰ ਦੀ ਲਾਂਢੀ 'ਚ ਵੜਿਆ। 15 ਰੁਪਇਆਂ ਦੇ ਨਾਲ ਪਠਾਨ ਦਾ ਕਰੜੇ ਤੋਂ ਕਰੜਾ ਸੂਦ ਗਿਣ ਕੇ ਉਸ 5 ਰੁਪਇਆਂ ਦਾ ਨੋਟ ਹੋਰ ਜੋੜ ਦਿੱਤਾ। ਗਫੂਰ ਨੋਟ ਵੇਖ ਕੇ ਹੈਰਾਨ ਹੋਇਆ ਤੇ ਆਖਣ ਲੱਗਾ, ਸਰਦਾਰ ਇਹ ਕਿਆ? ਸਰਦਾਰ ਨੇ ਕਿਹਾ, ਤੁਹਾਡਾ ਰੁਪਇਆ ਤੇ ਸੂਦ। ਹਮ ਮੁਸਲਮਾਨ ਪਠਾਨ ਹੈ ਸਰਦਾਰ। ਪਠਾਨ ਨੇ ਰੋਹ 'ਚ ਆ ਕੇ ਕਿਹਾ, ਹਮ ਸੂਦ ਨੂੰ ਹਰਾਮ ਸਮਝਦਾ।
ਗਫੂਰ ਦੀ ਤਮਤਮਾਈ ਹੋਈ ਸ਼ਕਲ ਵੇਖ ਕੇ ਜਮਾਦਾਰ ਨੇ ਕਿਹਾ, ਮੈਨੂੰ ਪਤਾ ਨਹੀਂ ਸੀ ਕਿ ਕੋਈ ਪਠਾਨ ਵੀ ਸੂਦ ਨਹੀਂ ਲੈਂਦਾ। ਅੱਛਾ, ਪਤਾ ਲੱਗ ਗਿਆ, ਪਰ ਇਹ ਲਓ ਆਪਣੇ ਰੁਪਏ। ਇਹ ਤਾਂ ਮਦਦ ਸੀ। ਗਫੂਰ ਨੇ ਝਾਟੀ ਹਸਵੀਂ ਸ਼ਕਲ ਬਣਾਉਂਦਿਆਂ ਕਿਹਾ, ਬੱਚਾ ਸਬਕਾ ਏਕ ਹੈ ਸਰਦਾਰ। ਜਮਾਦਾਰ ਨੇ ਉਹਦੀ ਇੱਕ ਨਾ ਸੁਣੀ ਤੇ ਰੁਪਏ ਬਦੋ ਬਦੀ ਉਹਨੂੰ ਦੇ ਕੇ ਘਰ ਵੜਿਆ। ਬੂਹੇ 'ਚ ਨਿੱਕੀ ਕੁੜੀ ਰੋ ਰਹੀ ਸੀ। ਵੀਰੂ ਤੇ ਅਜਮੇਰ ਉਹਨੂੰ ਤੰਗ ਕਰ ਰਹੇ ਸੀ ਤੇ ਤੇਜੋ ਚੌਂਕੇ 'ਚ ਬਿਨਾਂ ਦੇਖਿਆ ਉਹਨੂੰ ਗਾਲਾਂ ਕੱਢ ਰਹੀ ਸੀ। ਜਮਾਦਾਰ ਨੇ ਅਜਮੇਰ ਨੂੰ ਝਿੜਕਿਆ। ਵੀਰੋ ਨੂੰ ਇੱਕ ਕਲਾਈ ਤੇ ਕੁੜੀ ਨੂੰ ਕੁੱਛੜ ਚੁੱਕ ਕੇ ਮੂੰਹ ਪੂੰਝਦਾ ਚੌਂਕੇ ਕੋਲ ਪੁੱਜਾ। ਕੁਝ ਕਹਿਣਾ ਹੀ ਚਾਹੁੰਦਾ ਸੀ ਕਿ ਤੇਜੋ ਨੇ ਉਹਨੂੰ ਦੇਖ ਲਿਆ। ਕਹਿਣ ਲੱਗੀ, ਵੱਡੀ ਲਾਡਲੀ ਖਸਮ ਨੂੰ ਖਾਣੀ ਨੂੰ ਚੁੱਕ ਲਿਆ, ਸਾਰੀ ਸਾਰੀ ਦਿਹਾੜੀ ਰੋਂਦੀ ਰਹਿੰਦੀ ਹੈ, ਨੈਸ਼। ਜਮਾਦਾਰ ਨੇ ਉਹਨੂੰ ਝਾੜ ਪਾਈ ਤੇ ਉਹ ਮੂੰਹ ਸੁਜਾ ਕੇ ਇੱਕ ਨੁਕਰੇ ਬਹਿ ਗਈ। ਤੇਜੋ ਛੇੜ ਨਾਲ ਕੁੜੀ ਨੂੰ ਹੋਰ ਮਾਰਨ ਲੱਗ ਪਈ। ਕੁੜੀ ਦਲ ਤੇ ਢੀਠ ਬਣ ਗਈ। ਗਫੂਰ ਕੁੜੀ ਦੀ ਸ਼ਾਮਤ ਆਉਂਦੀ ਵੇਖ ਰੋਜ਼ ਦੁਖੀ ਹੁੰਦਾ। ਉਹਨੂੰ ਕੱਲੀ ਧੁੱਪ 'ਚ ਡਿੱਗਦੀ ਢਹਿੰਦੀ ਵੇਖ ਕੇ ਉਹਦਾ ਦਿਲ ਪੰਗਰ ਜਾਂਦਾ ਸੀ। ਇੱਕ ਦਿਨ ਇਹੋ ਜਿਹੀ ਮਾਨਸਿਕ ਹਾਲਤ ਵਿੱਚ ਛੋਟੀ ਕੁੜੀ ਨੂੰ ਗਫੂਰ ਨੇ ਸਿਆਣਤ ਨਾਲ ਸੱਦਿਆ। ਉਹ ਕੋਲ ਚਲੀ ਗਈ, ਉਹਨੂੰ ਚੁੱਕ ਕੇ ਅੰਦਰ ਲੈ ਗਿਆ, ਝੋਲੇ 'ਚ ਹੱਥ ਮਾਰਿਆ। ਉਸ 'ਚ ਕੁਛ ਨਹੀਂ ਸੀ। ਪਠਾਨ ਦੀਆਂ ਅੱਖਾਂ 'ਚ ਦੋ ਅੱਥਰੂ ਆ ਗਏ। ਉਹ ਦਬੇ ਪੈਰੀ ਬਾਹਰ ਨਿਕਲ ਕੇ ਫਲਾਂ ਦੀ ਹੱਟੀ ਵੱਲ ਵਧਿਆ। ਉਸ ਉੱਥੋਂ 2-3 ਕਿਸਮ ਦੇ ਫਲ ਲੈ ਕੇ ਕੁੜੀ ਨੂੰ ਫੜਾਏ। ਕੁੜੀ ਹਾਬੜੀ ਹੋਈ ਕਦੇ ਇੱਕ ਕਦੇ ਦੂਜੇ ਨੂੰ ਪਵੇ। ਗਫੂਰ ਦਾ ਹੌਕਾ ਨਿਕਲ ਗਿਆ। ਉਸ ਸੋਚਿਆ, ਇਹਦੀ ਮਾਂ, ਵੱਡੇ ਬੱਚੇ ਤੇ ਸਰਦਾਰ ਇਹਨੂੰ ਮਾਰ ਕੇ ਛੱਡਣਗੇ, ਇਹਨੂੰ ਬਚਾਉਣਾ ਚਾਹੀਦਾ। ਉਸ ਬੋਝੇ ਵਾਲੀ ਗੁੱਥਲੀ 'ਚ ਹੱਥ ਮਾਰਿਆ। 2 ਰੁਪਇਆਂ ਦਾ ਕਰਿਆਨਾ ਖੜਕਿਆ। ਸੋਚਿਆ, ਨੱਸ ਕੇ ਲਾਂਢੀ ਵਿੱਚੋਂ ਪੈਸੇ ਲੈ ਆਵਾਂ, ਉੱਥੇ ਤਾਂ ਮੇਰੇ ਕੋਲ 1000 ਤੋਂ ਉੱਪਰ ਰੁਪਇਆ ਹੈ। ਪਰ ਫਿਰ ਖਿਆਲ ਆਇਆ ਕਿ ਕੁੜੀ ਨੂੰ ਬਚਾਉਣ ਦਾ ਮੌਕਾ ਖੁੰਝ ਜਾਏਗਾ, ਇਹਦੀ ਮਾਂ ਰੌਲਾ ਪਾ ਦੇਗੀ, ਹੋ ਸਕਦਾ ਸਰਦਾਰ ਨਾਲ ਬਖੇੜਾ ਹੋ ਜਾਏ। ਉਹ ਘਰ ਨਾ ਮੁੜਿਆ। ਉਸ ਇੱਕ ਮੁਸਲਮਾਨ ਦੀ ਘੋੜਾ ਗੱਡੀ ਪਕੜੀ ਤੇ ਸਟੇਸ਼ਨ ਤੇ ਪਹੁੰਚ ਕੇ ਕਿਤੋਂ ਦੀ ਟਿਕਟ ਕਟਾਈ। ਪਿੱਛੋਂ ਰੌਲਾ ਪੈ ਗਿਆ। ਕਾਬਲੀ ਵਾਲਾ ਲੜਕੀ ਉਠਾ ਕੇ ਲੈ ਗਿਆ। ਕੋਈ ਕਹੇ, ਦੇਖਾ ਸਿੱਖ ਡਰਤਾ ਨਹੀਂ ਥਾ, ਕੋਈ ਕਹੇ ਪਠਾਨ ਦਾਤੇ ਸੀ, ਲੈ ਉੱਡਿਆ। ਭੰਤੋਂ ਭਾਂਤ ਗੱਲਾਂ ਨੇ ਸਰਦਾਰ ਦਾ ਦਿਲ ਗਫੂਰ ਵੱਲੋਂ ਖੱਟਾ ਕਰ ਦਿੱਤਾ। ਥਾਣੇ ਰਿਪੋਰਟ ਲਿਖਾਈ ਗਈ ਤੇ ਜੋ ਰੋ ਰੋ ਕੇ ਫਾਵੀ ਹੁੰਦੀ ਜਾਂਦੀ ਸੀ। ਪਠਾਨ ਦੇ ਬੱਚੇ ਕੱਚੇ ਪਿੱਟਦੀ ਸੀ। ਪੁਲਿਸ ਹੈਰਾਨ ਸੀ ਕਿ ਪਠਾਨ ਇੰਨਾ ਰੁਪਇਆ ਤੇ ਬੂਹਾ ਖੁੱਲਾ ਛੱਡ ਕੇ ਕਿਉਂ ਚਲਾ ਗਿਆ। ਪੂਰੇ ਮਹੀਨੇ ਮਗਰੋਂ ਜਮਾਦਾਰ ਨੂੰ ਸ਼ਨਾਖਤ ਵਾਸਤੇ ਥਾਣੇ ਸੱਦਿਆ ਗਿਆ। ਕੁੜੀ ਹੱਥ ਕੜੀਆਂ 'ਚ ਜਕੜੇ ਗਫੂਰ ਦੇ ਕੁੱਛੜ ਸੀ। ਪਿਓ ਦੀ ਆਵਾਜ਼ ਸੁਣ ਕੇ ਕੁੜੀ ਨੇ ਇੱਕ ਵਾਰੀ ਮੂੰਹ ਪਿਓ ਵੱਲ ਕਰਕੇ ਮੋੜ ਲਿਆ। ਤੇਜੋ ਦਾ ਵੀ ਉੱਥੇ ਕੋਈ ਚਾਰਾ ਨਾ ਚੱਲਿਆ। ਕੁੜੀ ਬੜੀ ਤਕੜੀ ਹੋਈ ਸੀ ਤੇ ਪਠਾਨ ਕਮਜ਼ੋਰ। ਜਮਾਦਾਰ, ਤੇਜੋ ਤੇ ਹੋਰ ਹਮਸਾਇਆਂ ਨੇ ਸ਼ਨਾਖਤ ਕੀਤੀ। ਪਠਾਨ ਬਿਟ ਉਹਨਾਂ ਵੱਲ ਤੱਕੀ ਜਾਂਦਾ ਸੀ। ਆਖਰ ਜਦ ਪੁਲਿਸ ਕੁੜੀ ਉਹ ਤੋਂ ਲੈ ਕੇ ਜਮਾਦਾਰ ਨੂੰ ਦੇਣ ਲੱਗੀ ਤਾਂ ਕੁੜੀ ਦੀਆਂ ਚੀਕਾਂ ਤੇ ਪਠਾਨ ਦੇ ਬਕੜਵਾ ਨੇ ਕਮਰੇ ਨੂੰ ਗੁੰਜਾ ਦਿੱਤਾ। ਪਠਾਨ ਕਹਿੰਦਾ ਸੀ, ਨਾ ਦਿਓ ਕੁੜੀ ਜ਼ਾਲਮਾਂ ਨੂੰ, ਬਚਾਓ ਬਚਾਓ, ਇਹ ਮਾਰ ਦੇਣਗੇ ਮੇਰੀ ਧੀ ਨੂੰ, ਇਹ ਜ਼ਾਲਮ ਕਸਾਈ। थानेदार कड़क के बोलिया, तो तुम इसको बचाने के लिए उठा के ले गया था। चारे पासे हासे दा हड़ आ गया। विचों कोई कहंदा सी शदाई है, कोई कहंदा सी मचला है, पर गफूर रोई जा रहा सी। कहानी है रास लीला, पहला भाग। मैं उदों कोई 9-10 सालां दा होवांगा। जिस कोठी च असीं रहिंदे सी उह च रहण लई 3 टब्बरां लई खुली थां सी। एक हिस्से च असीं रहिंदे सी, दूजे च ਅੰਮ੍ਰਿਤਸਰ ਦੇ ਮਸ਼ਹੂਰ ਠੇਕੇਦਾਰ ਸਰਦਾਰ ਤੇ ਤੀਜਾ ਵੀ ਇੱਕ ਹਿੰਦੂ ਵਪਾਰੀ ਸੀ ਤੇ ਉਹਦੀ ਉਮਰ ਮੇਰੀ ਹੁਣ ਦੀ ਪਰਖ ਅਨੁਸਾਰ ਕੋਈ 60-65 ਸਾਲ ਦੀ ਸੀ। ਉਹ ਮੇਰੇ ਜਨਮ ਤੋਂ ਹੀ ਇਸ ਕੋਠੀ 'ਚ ਰਹਿੰਦਾ ਸੀ ਤੇ ਮੇਰੇ ਨਾਲ ਬੜਾ ਪਿਆਰ ਕਰਦਾ ਸੀ। ਮੈਂ ਸੁਣਿਆ ਸੀ ਕਿ ਉਹਦਾ ਉਸ ਤੋਂ ਸਿਵਾ ਹੋਰ ਕੋਈ ਨਹੀਂ ਸੀ। ਖਬਰੇ ਇਸੇ ਕਰਕੇ ਉਹਨੇ ਆਪਣਾ ਵਿਆਹ ਉੱਥੋਂ ਦੇ ਗਰੀਬ ਘਰ ਨੂੰ ਪੈਸੇ ਦੇ ਕੇ ਕੀਤਾ ਸੀ। 3-4 ਮਹੀਨੇ ਤੋਂ ਮੈਂ ਬਾਬੇ ਦਾ ਬੂਹਾ ਹਮੇਸ਼ਾ ਬੰਦ ਦੇਖਦਾ ਸੀ, ਭਾਵੇਂ ਬਾਹਰ ਜੰਦਾ ਕੁੰਡਾ ਕਦੇ ਨਹੀਂ ਲੱਗਾ ਹੁੰਦਾ। ਇੱਕ ਦਿਨ ਜਦ ਮੈਂ ਸਕੂਲੋਂ ਮੁੜਿਆ ਤਾਂ ਬੂਹਾ ਖੁੱਲਾ ਸੀ ਤੇ ਮੈਂ ਬਾਬੇ ਨੂੰ ਅੰਦਰ ਦੇਖ ਕੇ ਲਾਡ ਨਾਲ ਬਾਬਾ ਬਾਬਾ ਕਰਦਾ। ਜਿਉਂ ਹੀ ਅੰਦਰ ਵੜਿਆ ਤਿਉਂ ਹੀ ਉਸ ਘੂਰੀ ਵੱਟ ਕੇ ਚਪੇੜ ਦਿਖਾਈ ਤੇ ਮੂੰਹ ਦੇ ਅੱਗੇ ਉਂਗਲ ਰੱਖ ਕੇ ਚੁੱਪ ਰਹਿਣ ਦਾ ਇਸ਼ਾਰਾ ਕਰਦਿਆਂ ਬਾਹਰ ਜਾਣ ਨੂੰ ਕਿਹਾ। ਮੈਂ ਹੈਰਾਨ ਸੀ ਤੇ ਹੈਰਾਨੀ ਦੇ ਨਿਸ਼ਾਨ ਜ਼ਰੂਰ ਬਾਬੇ ਨੇ ਵੀ ਮੇਰੇ ਚਿਹਰੇ ਤੋਂ ਪੜ੍ਹੇ ਹੋਣਗੇ। ਮੈਂ ਪਿਛਲੇ ਪੈਰੇ ਵਾਪਸ ਮੁੜਿਆ ਹੀ ਸੀ ਕਿ ਬਾਬੇ ਨੇ ਮੈਨੂੰ ਬਸਤੇ ਸਮੇਤ ਕੁੱਛੜ ਚੁੱਕ ਲਿਆ ਤੇ ਇੱਕ ਆਨਾ ਮੇਰੀ ਤਲੀ ਤੇ ਰੱਖ ਕੇ ਕਿਹਾ, ਕ੍ਰਿਸ਼ਨ ਹੁਣ ਮੈਨੂੰ ਚਾਚਾ ਆਖਿਆ ਕਰ, ਕਹੇਂਗਾ ਨਾ? ਆਪਣੇ ਸਵਾਲ ਦਾ ਜਵਾਬ ਮੇਰੀ ਹਾਂ 'ਚ ਸਿਰ ਹਿਲਾਉਣ ਤੋਂ ਲੈ ਕੇ ਉਸ ਮੈਨੂੰ ਪਿਆਰ ਨਾਲ ਥੱਲੇ ਉਤਾਰ ਦਿੱਤਾ। ਘਰ ਪਹੁੰਚਦਿਆਂ ਹੀ ਝਾਈ ਜੀ ਨੇ ਦੁੱਧ ਦਾ ਗਲਾਸ ਦਿੱਤਾ ਤੇ ਆਖਿਆ ਕਿ ਨਿੱਕੀ ਜੀ ਪਰੌਂਠੀ ਹੁਣੇ ਲਾ ਦਿੰਨੇ ਆ,
ਇੰਨੇ ਨੂੰ ਬਾਬੇ ਦੀ ਨੌਕਰਾਣੀ ਮੈਨੂੰ ਬੁਲਾਉਣ ਆ ਗਈ। ਝਾਈ ਨੇ ਆਖਿਆ, ਜਾ ਕਾਕਾ, ਤੇਰੇ ਤਾਏ ਨੇ ਸੱਦਿਆ। ਮੈਂ ਹੈਰਾਨ ਹੋ ਕੇ ਪੁੱਛਿਆ, ਕਿਹੜਾ ਤਾਇਆ? ਠੇਕੇਦਾਰ ਤਾਇਆ। ਝਾਈ ਨੇ ਉੱਤਰ ਦਿੱਤਾ, ਕੱਪੜੇ ਵਾਲਾ ਤਾਇਆ। ਮੈਂ ਕਿਹਾ, ਬਾਬਾ ਤੇ ਆਖਦਾ ਮੈਂ ਤੇਰਾ ਚਾਚਾ। ਝਾਈ ਹੱਸ ਪਈ ਤੇ ਆਖਿਆ, ਆਹੋ ਉਸੇ ਸੱਦਿਆ ਹੈ, ਇਹ ਉਹਦੀ ਨਵੀਂ ਨੌਕਰਾਣੀ ਹੈ ਕਾਕਾ, ਤੇਰੀ ਤਾਈ ਨੇ ਸੱਦਿਆ ਹੋਣਾ। ਮੈਂ ਇਹੋ ਜਿਹੀਆਂ ਗੱਲਾਂ ਸੁਣ ਕੇ ਚਕਰਾ ਜਿਹਾ ਗਿਆ ਤੇ ਪਰਾਂਠੀ ਠਹਿਰ ਕੇ ਖਾਣ ਦੇ ਖਿਆਲ ਨਾਲ ਮੈਂ ਨੌਕਰਾਣੀ ਨਾਲ ਤੁਰ ਪਿਆ। ਮੈਂ ਜਦ ਚਾਚੇ ਦੇ ਅੰਦਰ ਵੜਿਆ ਤਾਂ ਉਹਨੇ ਮੈਨੂੰ ਪਹਿਲਾਂ ਵਾਂਗ ਕੁੱਛੜ ਚੁੱਕ ਲਿਆ ਤੇ ਉਸੇ ਤਰ੍ਹਾਂ ਮੈਨੂੰ ਵੱਖੀ ਵਾਲੇ ਕਮਰੇ 'ਚ ਲੈ ਗਿਆ। ਲੋਹੇ ਦੇ ਪਲੰਗ ਲਾਗੇ ਇੱਕ ਲੰਮੀ ਅਲਮਾਰੀ ਦੇ ਆਦਮ ਕੱਦ ਸ਼ੀਸ਼ੇ 'ਚ ਇੱਕ ਕਣਕ ਭਿੰਨੀ ਪਤਲੀ ਮਲੂਕ ਤੀਵੀਂ ਆਪਣੇ ਗੋਡਿਆਂ ਤੱਕ ਲੰਮੇ ਕਾਲੇ ਭਾਰੇ ਵਾਲਾਂ ਨੂੰ ਸਵਾਰ ਰਹੀ ਸੀ। ਸ਼ੀਸ਼ੇ ਵਿੱਚੋਂ ਸਾਨੂੰ ਆਉਂਦਿਆਂ ਵੇਖ ਕੇ ਉਸ ਮੂੰਹ ਸਾਡੇ ਵੱਲ ਕਰਨ ਤੋਂ ਪਹਿਲਾਂ ਪੰਜਾਬੀ ਰਿਵਾਜ ਅਨੁਸਾਰ ਸਾੜੀ ਦਾ ਪੱਲਾ ਸਿਰ ਤੇ ਲੈ ਲਿਆ। ਚਾਚਾ ਜੀ ਨੇ ਕਿਹਾ, ਕ੍ਰਿਸ਼ਨ ਤੇਰੀ ਚਾਚੀ। ਮੈਂ ਘਰ ਦੀ ਸਿੱਖਿਆ ਮੁਜਬ ਚਾਚੀ ਜੀ ਦੇ ਪੈਰਾਂ ਤੇ ਮੱਥਾ ਟੇਕਣ ਲਈ ਉਤਰਿਆ ਤਾਂ ਚਾਚੀ ਨੇ ਪੈਰ ਪਿਛਾਂ ਖਿੱਚ ਲਏ ਤੇ ਮੈਨੂੰ ਫੜ ਕੇ ਆਪਣੇ ਨਾਲ ਘੁੱਟ ਲਿਆ। ਮੇਰੀਆਂ ਬਾਹਾਂ ਜੋ ਮਸੀਂ ਉਹਦੀ ਕਮਰ ਤੱਕ ਪਹੁੰਚੀਆਂ ਸੀ, ਪਿਆਰ ਨਾਲ ਦੁਆਲੇ ਕੱਸੀਆਂ ਗਈਆਂ। ਉਹਨੇ ਮੇਰੇ ਸਿਰ ਦੇ ਵਾਲਾਂ 'ਚ ਲੰਮੇ ਲੰਮੇ ਕੋਮਲ ਪੋਟੇ ਫੇਰਦਿਆਂ ਕਿਹਾ, ਕਿੰਨਾ ਪਿਆਰਾ ਹੈ ਬਾਲਕ। ਰਾਮ ਪਿਆਰੀ, ਚਾਚੇ ਨੇ ਕਿਹਾ, ਇਹ ਮੈਨੂੰ ਵੀ ਬੜਾ ਪਿਆਰਾ ਹੈ, ਮੈਂ ਇਹਨੂੰ ਪੋਟਿਆਂ ਨਾਲ ਮਿਣ ਮਿਣ ਕੇ ਪਾਲਿਆ। ਮੈਨੂੰ ਚੇਤਾ ਜਦ ਮੈਂ ਚਾਚੀ ਦੇ ਦੁਆਲਿਓਂ ਆਪਣੀਆਂ ਬਾਹਾਂ ਖੋਲੀਆਂ ਸੀ ਤਾਂ ਉਸ ਇੱਕ ਡੂੰਘਾ ਸਾਹ ਖਿੱਚਿਆ ਸੀ। ਚਾਚੇ ਨੇ ਪੁੱਛਿਆ, ਕਿਉਂ, ਕੀ ਗੱਲ ਹੋ ਗਈ ਪਿਆਰੀ? ਕੁਛ ਨਹੀਂ, ਉਸ ਫੇਰ ਉਸੇ ਤਰ੍ਹਾਂ ਕਰਦਿਆਂ ਕਿਹਾ ਤੇ ਕੁਝ ਚਿਰ ਠਹਿਰ ਕੇ ਮੈਨੂੰ ਬੜੇ ਪਿਆਰ ਨਾਲ ਪੁੱਛਿਆ, ਤੇਰਾ ਨਾਂ ਕੀ ਹੈ ਬੱਚੇ? ਮੇਰੇ ਦੱਸਣ ਤੇ ਉਸ ਗੈਰ ਪੰਜਾਬੀਆਂ ਵਾਂਗ ਦੁਹਰਾਇਆ, ਕ੍ਰਿਸ਼ਨ ਚੰਦਰ। ਵਾਲ ਬਿਨਾਂ ਸਾਂਭਿਆਂ ਸਾਬਣ ਨਾਲ ਹੱਥ ਧੋ ਕੇ ਇੱਕ ਪਿਰਚ ਵਿੱਚ ਮਲਾਈ ਚੌਲ ਪਾ ਕੇ ਉਸ ਮੈਨੂੰ ਖਾਣ ਲਈ ਦਿੱਤੇ। ਬੜੇ ਸਵਾਦਾਂ ਨਾਲ ਖਾ ਕੇ ਤੇ ਪਰੌਂਠੀ ਦਾ ਚੇਤਾ ਭੁਲਾ ਕੇ ਮੈਂ ਬਾਹਰ ਖੇਡਣ ਤੁਰ ਪਿਆ। ਕੋਈ ਤੀਸਰੇ ਦਿਨ ਮਗਰੋਂ ਦੀ ਗੱਲ ਹੈ, ਜਦ ਮੈਂ ਸਕੂਲੋਂ ਮੁੜ ਰਿਹਾ ਸੀ ਤਾਂ ਚਾਚੇ ਦੇ ਥੋੜੇ ਜਿਹੇ ਖੁੱਲੇ ਬੂਹੇ ਅੰਦਰੋਂ ਮੈਨੂੰ ਕੋਈ ਪਛਾਣੀ ਹੋਈ ਆਵਾਜ਼ ਬੁਲਾਉਂਦੀ ਜਾਪੀ। ਮੈਂ ਬਸਤੇ ਸਮੇਤ ਬੂਹਾ ਖੋਲ ਕੇ ਅੰਦਰ ਜਾ ਵੜਿਆ। ਅੰਦਰ ਕੋਈ ਨਹੀਂ ਸੀ। ਪਤਾ ਨਹੀਂ ਕਿਉਂ ਮੈਂ ਬਾਹਰ ਦਾ ਬੂਹਾ ਢੋ ਦਿੱਤਾ ਤੇ ਉਸ ਦਿਨ ਵਾਲੇ ਕਮਰੇ ਵੱਲ ਵਧਿਆ। ਚਾਚੀ ਉਸੇ ਤਰ੍ਹਾਂ ਫੇਰ ਵਾਲ ਸਵਾਰ ਰਹੀ ਸੀ। ਮੈਨੂੰ ਸ਼ੀਸ਼ੇ 'ਚੋਂ ਅੰਦਰ ਆਉਂਦਾ ਵੇਖ ਕੇ ਉਸ ਆਪਣਾ ਮੂੰਹ ਮੇਰੇ ਵੱਲ ਮੋੜ ਲਿਆ, ਪਰ ਕੱਲ ਵਾਂਗ ਉਸ ਸਿਰ ਤੇ ਸਾੜੀ ਕੋਈ ਨਾ ਲਈ। ਕੁਝ ਚਿਰ ਝਿਜਕ ਕੇ ਉਸ ਦਿਨ ਵਾਂਗ ਬਾਹਾਂ ਖਿਲਾਰ ਦਿੱਤੀਆਂ। ਮੈਂ ਉੱਥੇ ਖੜੋਤਾ ਹੀ ਉਹਦੇ ਗੋਲ ਸੋਹਣੇ ਚਿਹਰੇ ਵੱਲ ਤੱਕਦਾ ਰਿਹਾ। ਹੌਲੀ ਹੌਲੀ ਉਹਦੀਆਂ ਅੱਖਾਂ 'ਚੋਂ ਦੋ ਮੋਟੇ ਮੋਟੇ ਅੱਥਰੂ ਇਕੱਠੇ ਹੋ ਗਏ। ਮੇਰੇ ਕੋਲੋਂ ਰਿਹਾ ਨਾ ਗਿਆ। ਮੈਂ ਇਹ ਵੀ ਨਾ ਪੁੱਛਿਆ ਵੀ ਉਹ ਰੋਂਦੀ ਕਿਉਂ ਹੈ, ਤੇ ਬਾਹਾਂ ਪਸਾਰ ਕੇ ਜਿਉਂ ਹੀ ਅਗਾਂਹ ਵਧਿਆ ਉਹ ਗੋਡਿਆਂ ਭਾਰ ਹੋ ਗਈ। ਮੇਰੀਆਂ ਦੋਵੇਂ ਬਾਹਾਂ ਉਹਦੀ ਪਿੱਠ ਦੁਆਲੇ ਕੱਸੀਆਂ ਗਈਆਂ ਤੇ ਉਹਨੇ ਮੈਨੂੰ ਆਪਣੀ ਛਾਤੀ ਨਾਲ ਕੱਸ ਲਿਆ। ਉਸ ਦਿਨ ਮੈਂ ਪਹਿਲੀ ਵਾਰ ਵੱਖਰੀ ਕੋਮਲਤਾ ਦਾ ਅਹਿਸਾਸ ਕੀਤਾ। ਮੇਰੇ ਪਿੰਡੇ 'ਚ ਸੱਚ ਦੱਸਦਾ ਕੰਬਣੀ ਛਿੜ ਪਈ। ਚਾਚੀ ਨੇ ਸੱਜਾ ਹੱਥ ਢਿੱਲਾ ਕਰਕੇ ਮੇਰੀ ਗੱਲ ਆਪਣੀ ਖੱਬੀ ਗੱਲ ਨਾਲ ਲਾ ਲਈ ਤੇ ਕਿੰਨਾ ਚਿਰ ਅਸੀਂ ਇਸੇ ਤਰ੍ਹਾਂ ਰਹੇ। ਆਖਰ ਉਹਦੇ ਹੰਝੂ ਮੇਰੀ ਗੱਲ ਤੋਂ ਵਹਿ ਤੁਰੇ। ਇਹ ਗਿੱਲੇ ਵੀ ਸਨ ਤੇ ਕੋਸੇ ਵੀ। ਮੈਂ ਹੋਸ਼ 'ਚ ਆ ਗਿਆ। ਮੈਂ ਜਦ ਉਹਦੇ ਚਿਹਰੇ ਵੱਲ ਨੇੜਿਓਂ ਤੱਕਿਆ ਤਾਂ ਉਹਦੇ ਬੁੱਲ ਕੰਬ ਰਹੇ ਸਨ ਤੇ ਅੱਖਾਂ ਮੀਟੀਆਂ ਹੋਈਆਂ ਸਨ। ਆਖਰ ਉਹਦੀ ਦੂਸਰੀ ਬਾਂਹ ਵੀ ਢਿੱਲੀ ਹੋਈ ਤੇ ਉਸ ਹੌਲੀ ਹੌਲੀ ਅੱਖਾਂ ਖੋਲੀਆਂ। ਅੱਜ ਕੱਲ੍ਹ ਦੀ ਸੂਝ ਮੁਜਬ ਮੈਂ ਕਹਿ ਸਕਦਾ ਕਿ ਉਹ ਸੁੱਤੀਆਂ ਉੱਠੀਆਂ ਅੱਖਾਂ ਵਾਂਗ ਭਾਰੀਆਂ ਤੇ ਅਲਸਾਈਆਂ ਸਨ। ਮੈਂ ਪੁੱਛਣਾ ਚਾਹਿਆ, ਚਾਚੀ? ਉਹਨੇ ਅੱਧ 'ਚੋਂ ਹੀ ਰਲੀ ਮਿਲੀ ਬੰਗਲਾ ਤੇ ਹਿੰਦੀ 'ਚ ਕਿਹਾ, ਕ੍ਰਿਸ਼ਨ ਚੰਦਰ, ਮੇਰਾ ਨਾਂ ਰਾਧਾ ਹੈ। ਰਾਧਾ ਕਹਿ ਕੇ ਆਵਾਜ਼ ਮਾਰਿਆ ਕਰੋ। ਮੈਂ ਸਿਰ ਨਾਲ 7 ਬਚਨ ਕਹਿ ਕੇ ਤੇ ਆਪਣੇ ਪਹਿਲੇ ਸਵਾਲ ਨੂੰ ਭੁੱਲਦਿਆਂ ਪੁੱਛਿਆ, ਚਾਚਾ ਕਿੱਥੇ ਹੈ? ਰਾਧਾ ਨੇ ਕਿਹਾ, ਉਹ ਮੰਗਲਾ ਹਾਟ ਦੁਕਾਨ ਲੈ ਕੇ ਗਿਆ ਹੈ। ਮੱਸਿਆ ਤੋਂ ਸਿਵਾ ਉਹ ਕਦੇ ਇਸ ਵੇਲੇ ਵਿਹਲਾ ਨਹੀਂ ਹੁੰਦਾ। ਨੌਕਰਾਣੀ? ਮੈਂ ਪੁੱਛਿਆ। ਉਹ ਕੱਢ ਦਿੱਤੀ, ਉਸ ਉੱਤਰ ਦਿੱਤਾ। ਉਹ ਚੰਗੀ ਨਹੀਂ ਸੀ ਤੇ ਹੁਣ ਮੈਂ ਸਭ ਕੰਮ ਆਪ ਕਰਾਂਗੀ। ਅਚਾਨਕ ਉਹਨੂੰ ਪਤਾ ਨਹੀਂ ਕੀ ਹੋਇਆ। ਉਸ ਮੇਰੇ ਬਸਤੇ ਨੂੰ ਜੋ ਹਾਲੀ ਤੱਕ ਮੇਰੇ ਮੋਢੇ ਤੇ ਖੱਬੀ ਵੱਖੀ ਵੱਲ ਲਮਕ ਰਿਹਾ ਸੀ ਉਤਾਰ ਦਿੱਤਾ। ਮੇਰਾ ਕੋਟ ਲਾ ਕੇ ਪਲੰਗ ਤੇ ਸੁੱਟ ਦਿੱਤਾ। ਮੇਰੇ ਬੂਟ ਤਸਮੇ ਖੋਲ ਕੇ ਲਾ ਦਿੱਤੇ। ਉਸ ਮੇਰੀ ਸੱਜੀ ਲੱਤ ਨੂੰ ਗਾਂਹ ਕਰਕੇ ਗੋਡੇ ਤੋਂ ਝੁਕਾ ਦਿੱਤਾ ਤੇ ਲੱਤ ਨੂੰ ਪੱਬ ਪਰਨੇ ਖੜੀ ਰਹਿਣ ਦਿੱਤਾ। ਖੱਬੀ ਲੱਤ ਜਿਉਂ ਦੀ ਤਿਉਂ ਸਿੱਧੀ ਰਹਿਣ ਦਿੱਤੀ। ਫਿਰ ਉਹ ਅੱਖਾਂ ਨਾਲ 4 ਚੁਫੇਰੇ ਭਾਲ ਕਰਦੀ ਜਾਪੀ। ਫੁਰਤੀ ਨਾਲ ਉਹ ਇੱਕ ਕਿੱਲੀ ਤੋਂ ਲੱਕੜ ਦੀ ਸੋਟੀ ਲਾ ਕੇ ਲਿਆਈ ਤੇ ਮੇਰੇ ਦੋਹਾਂ ਹੱਥਾਂ 'ਚ ਲੰਮੇ ਦਾ ਫੜਾ ਕੇ ਇੱਕ ਸਿਰੇ ਵੱਲੋਂ ਮੇਰੇ ਬੁੱਲਾਂ ਤੇ ਰੱਖ ਦਿੱਤੀ। ਫਿਰ ਉਹ ਪਿਛਾਂ ਹਟ ਕੇ ਦੇਖਣ ਲੱਗ ਪਈ। ਉਹਦੇ ਬੁੱਲਾਂ ਤੋਂ ਇੱਕ ਕੋਮਲ ਮੁਸਕਰਾਹਟ ਆਈ ਤੇ ਉਸ ਲੰਮੀ ਸਾਰੀ ਹੂੰ ਕੀਤੀ। ਕੁਝ ਚਿਰ ਪਿੱਛੋਂ ਆਪਣੇ ਸ਼ਿੰਗਾਰ ਟੇਬਲ ਦੇ ਦਰਾਜ਼ 'ਚੋਂ ਇੱਕ ਗੁਲਾਬੀ ਰੇਸ਼ਮੀ ਫੀਤਾ ਕੱਢ ਲਿਆਈ। ਉਹਨੂੰ ਮੇਰੇ ਸੁਨਹਿਰੀ ਵਾਲ ਪਰੇ ਹਟਾਉਂਦਿਆਂ ਹੋਇਆਂ ਸਿਰ ਦੁਆਲੇ ਬੰਨ੍ਹ ਕੇ ਖੱਬੇ
ਕੰਨ ਲਾਗੇ ਫੁੱਲ ਬਣਾ ਦਿੱਤਾ। ਸ਼ੀਸ਼ੇ ਵਾਲੀ ਲੰਮੀ ਅਲਮਾਰੀ ਖੋਲ ਕੇ ਉਸ ਇੱਕ ਪੀਲੀ ਬਨਾਰਸੀ ਸਾੜੀ ਕੱਢੀ। ਉਹਨੂੰ ਫੋਲਦੀ ਉਹ ਦੂਜੀ ਕੰਧ ਤੇ ਇੱਕ ਵੱਡੀ ਤਸਵੀਰ ਵੱਲ ਵਧੀ ਜਿਹਨੂੰ ਇੱਕ ਸਿਹਰਾ ਚੜਾਇਆ ਹੋਇਆ ਸੀ ਤੇ ਬੜੇ ਗੌਰ ਨਾਲ ਉਹਨੂੰ ਦੇਖ ਉਹ ਮੇਰੇ ਵੱਲ ਮੁੜੀ ਤੇ ਫਿਰ ਉਸ ਤਸਵੀਰ ਨੂੰ ਦੇਖ ਕੇ ਮੇਰੇ ਲੱਕ ਦੁਆਲੇ ਧੋਤੀ ਬੰਨਣ ਲੱਗੀ। ਧੋਤੀ ਸਜਾ ਕੇ ਬੜੀ ਪ੍ਰਸੰਨ ਜਿਹੀ ਬੇਬਲਤਾ ਵਿੱਚ ਨਿਚਲੀ ਦਿਸਣ ਲੱਗੀ। ਠੇਕੇਦਾਰ ਸਰਦਾਰਾਂ ਦੀ ਨਿੱਕੀ ਕੁੜੀ ਨਵੇਂ ਖਿਡੌਣੇ ਨੂੰ ਆਪਣੇ ਵੱਡੇ ਵੀਰ ਕੋਲੋਂ ਲੈ ਕੇ ਇਸੇ ਤਰ੍ਹਾਂ ਕਰਦੀ ਹੁੰਦੀ ਸੀ ਤੇ ਮੈਨੂੰ ਰਾਧਾ ਉਹੀ ਜੱਪੀ। ਥੋੜੇ ਚਿਰ ਮਗਰੋਂ ਉਸ ਫੁਰਤੀ ਨਾਲ ਸੋਟੀ ਖੋ ਕੇ ਬਸਤੇ ਲਾਗੇ ਭਗਾ ਮਾਰੀ। ਮੈਨੂੰ ਆਪਣੀਆਂ ਬਾਹਾਂ 'ਚ ਲੱਕ ਨਾਲ ਕੱਸ ਕੇ ਉਸ ਬੜੀ ਤੇਜ਼ੀ ਨਾਲ 5 7 10 ਭਾਂ ਬਿੱਲੀਆਂ ਕਰ ਮੈਨੂੰ ਖਲਿਆਰ ਦਿੱਤਾ। ਮੈਂ ਡਿੱਗਦਾ ਬਚਿਆ। ਉਸ ਮੇਰੀਆਂ ਤੱਤੀਆਂ ਜਾਪਦੀਆਂ ਗੱਲਾਂ ਨੂੰ ਦੋਹਾਂ ਤਲੀਆਂ 'ਚ ਘੁੱਟ ਕੇ ਮੇਰਾ ਮੱਥਾ ਤੇ ਵਾਲ ਚੁੰਮ ਲਏ। ਹੌਲੀ ਉਹ ਕੱਪੜੇ ਲਾਹ ਕੇ ਮੇਰੇ ਕੱਪੜੇ ਪਵਾ ਕੇ ਮੈਨੂੰ ਅੱਗੇ ਵਰਗਾ ਬਣਾ ਦਿੱਤਾ। ਬਾਵਰਚੀ ਖਾਨੇ 'ਚੋਂ ਦੁੱਧ ਦਾ ਨਿੱਕਾ ਚਾਂਦੀ ਦਾ ਗਲਾਸ ਤੇ ਇੱਕ ਛੋਟੀ ਚਾਂਦੀ ਦੀ ਰਕੰਬੀ ਵਿੱਚ ਅੰਗੂਰ ਲੈ ਕੇ ਉਸ ਮੇਰੇ ਅੱਗੇ ਰੱਖ ਦਿੱਤੇ। ਮੈਂ ਪਹਿਲੇ ਦਿਨ ਵਾਂਗ ਮਾਪਿਆਂ ਦੀ ਆਗਿਆ ਦੇ ਵਿਰੁੱਧ ਸਭ ਕੁਝ ਖਾ ਪੀ ਗਿਆ। ਇਸ਼ਨਾਨ ਕਮਰੇ 'ਚ ਮੇਰੇ ਹੱਥ ਤੇ ਨਾਲ ਮੂੰਹ ਵੀ ਧੁਆਇਆ ਗਿਆ। ਬਰਫ਼ ਚਿੱਟੇ ਤੌਲੀਏ ਨਾਲ ਮੂੰਹ ਸਾਫ਼ ਕਰਕੇ ਮੈਂ ਬਾਹਰ ਨਿਕਲਿਆ। ਰਾਧਾ ਮੇਰੇ ਮਗਰ ਸੀ। ਉਸ ਮੈਨੂੰ ਕਿਹਾ ਕਿ ਕੱਲ ਵੀ ਫੇਰ ਖੇਡਣ ਆਉਣਾ ਤੇ ਮੈਂ ਤੁਹਾਨੂੰ ਬੜਾ ਇੱਕ ਸੋਹਣਾ ਨਾਚ ਨੱਚ ਕੇ ਦਿਖਾਵਾਂਗੀ। ਬੂਹਿਓਂ ਬਾਹਰ ਮੀਂਹ ਵਸ ਰਿਹਾ ਸੀ। ਤੇਜ਼ ਹਵਾ ਨਾਰੀਅਲ ਦੇ ਦਰਖਤਾਂ ਨੂੰ ਦੂਰਿਆਂ ਕਰੀ ਜਾਂਦੀ ਸੀ। ਮੈਂ ਭਿੱਜਦਾ ਆਪਣੀ ਨੁੱਕਰ ਮੁੜ ਕੇ ਅੰਦਰ ਵੜਿਆ। ਝਾਈ ਘਬਰਾਈ ਉਡੀਕ ਰਹੀ ਸੀ। ਮੈਨੂੰ ਪਿਆਰ ਨਾਲ ਘੁੱਟ ਕੇ ਉੱਪਰੇ ਗੁੱਸੇ ਨਾਲ ਪੁੱਛਿਆ, ਕਿੱਥੇ ਰਿਹਾ ਇੰਨਾ ਚਿਰ? ਮੈਂ ਮਾਪਿਆਂ ਤੇ ਕਿਤਾਬਾਂ ਦੀ ਸਿੱਖਿਆ ਦੇ ਉਲਟ ਪਹਿਲੀ ਵਾਰ ਝੂਠ ਬੋਲਦਿਆਂ ਉੱਤਰ ਦਿੱਤਾ, ਅਵਿਨਿੰਦਰ ਦੇ ਘਰ ਉਸ ਨਵੀਂ ਮਸ਼ੀਨੀ ਲਾਟੂ ਆਂਦੇ ਆ ਝਾਈ ਜੀ। ਝਾਈ ਸ਼ਾਂਤ ਹੋ ਗਈ। ਦੂਸਰਾ ਭਾਗ। ਦੂਸਰੇ ਦਿਨ ਮੇਰਾ ਸਕੂਲ ਵਿੱਚ ਬਿਲਕੁਲ ਦਿਲ ਨਾ ਲੱਗਾ। ਮਸੀ ਛੁੱਟੀ ਦੀ ਘੰਟੀ ਵੱਜੀ। ਵਿਪਨ ਨੇ ਆਪੇ ਤੁਰਨ ਲਈ ਮੋਟਰ ਬਸਤੇ 'ਚ ਪਾ ਕੇ ਆਂਦੀ ਹੋਈ ਸੀ। ਉਹ ਚਾਹੁੰਦਾ ਸੀ ਸੜਕ ਦੇ ਫੁੱਟਪਾਥ ਤੇ ਅਸੀਂ ਉਹਨੂੰ ਚਲਾ ਕੇ ਖੇਡੀਏ, ਪਰ ਮੈਂ ਅੱਜ ਉਹਨੂੰ ਸੁੱਕਾ ਜਵਾਬ ਦੇ ਦਿੱਤਾ। ਮੈਂ ਰਾਧਾ ਨਾਲ ਖੇਡਣਾ ਚਾਹੁੰਦਾ ਸਾਂ ਤੇ ਦੇਖਣਾ ਚਾਹੁੰਦਾ ਸੀ ਉਹ ਹੋਣ ਵਾਲਾ ਨਾਚ। ਮੈਂ ਘਰ ਜਾ ਕੇ ਦੁੱਧ ਨਾ ਪੀਣ ਦਾ ਬਹਾਨਾ ਘੜ ਸੁਣਾਇਆ। ਅਵਿਨਿੰਦਰ ਦੇ ਘਰ ਖੇਡਣ ਦਾ ਝੂਠ ਬੋਲ ਕੇ ਮੈਂ ਰਾਧਾ ਦੇ ਘਰ ਆ ਵੜਿਆ। ਰਾਧਾ ਅੱਗੇ ਹੀ ਖੜੀ ਉਡੀਕਦੀ ਸੀ। ਉਹਦੀ ਪੁਸ਼ਾਕ ਅੱਜ ਹੱਦ ਹੀ ਸੀ। ਮੈਂ ਕਦੇ ਕਿਸੇ ਤੀਵੀਂ ਨੂੰ ਇਹੋ ਜਿਹੀ ਸੋਹਣੀ ਸਾੜੀ ਤੇ ਸ਼ਿੰਗਾਰ 'ਚ ਨਹੀਂ ਸੀ ਦੇਖਿਆ। ਉਹ ਮੈਨੂੰ ਆਪਣੀ ਉਂਗਲ ਫੜਾ ਕੇ ਬਾਵਰਚੀ ਖਾਨੇ ਵੱਲ ਲੈ ਗਈ। ਇੱਕ ਆਸਣ ਤੇ ਮੈਨੂੰ ਬਿਠਾ ਕੇ ਉਹ ਆਪ ਭੁੰਜੇ ਹੀ ਬਹਿ ਗਈ। ਸਾਹਮਣੇ ਪਏ ਚਾਂਦੀ ਦੇ ਭਾਂਡਿਆਂ 'ਚ ਦੁੱਧ, ਮਲਾਈ, ਚੌਲ, ਇੱਥੋਂ ਤੱਕ ਕਿ ਫੁਲਕੇ, ਸਬਜ਼ੀ ਤੇ ਮੱਖਣ ਵੀ ਪਏ ਸੀ। ਇੱਕ ਸੁਨਹਿਰੀ ਝਾਲ ਵਾਲੀ ਰਕੇਬੀ ਵਿੱਚ ਉਸ ਰੁੱਤ ਦੇ ਫਲ ਪਏ ਸਨ। ਮੇਰੀ ਨਾਂਹ ਨੁੱਕਰ ਦਾ ਕੋਈ ਖਿਆਲ ਨਾ ਕਰਦਿਆਂ ਉਸ ਬੁਰਕੀਆਂ ਨਾਲ ਮੈਨੂੰ ਖਵਾਉਣਾ ਸ਼ੁਰੂ ਕਰ ਦਿੱਤਾ। ਮੈਂ ਝੱਟ ਹੀ ਰੱਜ ਗਿਆ। ਰਾਧਾ ਨੇ ਇਸ਼ਨਾਨ ਕਮਰੇ 'ਚ ਮੇਰਾ ਮੂੰਹ ਹੱਥ ਸਾਫ਼ ਕਰਾਇਆ। ਅਸੀਂ ਵੱਖੀ ਵਾਲੇ ਕਮਰੇ 'ਚ ਵੜੇ। ਅਗਰਬੱਤੀ ਨਾਲ ਕਮਰਾ ਮਹਿਕਿਆ ਹੋਇਆ ਸੀ। ਸ਼ਿੰਗਾਰ ਟੇਬਲ ਤੇ ਇੱਕ ਚਾਂਦੀ ਦੀ ਥਾਲੀ 'ਚ ਸਿਹਰੇ, ਫੁੱਲ ਤੇ ਘਿਓ ਦੇ ਅਣਜੱਗੇ ਦੀਵੇ ਸਨ। ਮੇਰੇ ਦੇਖਦਿਆਂ ਸਾੜੀ ਦੇ ਲੜ ਵਾਲੇ ਚਾਬੀਆਂ ਦੇ ਗੁੱਛੇ ਵਿੱਚੋਂ ਇੱਕ ਚਾਬੀ ਚੁਣ ਕੇ ਵਾਰਡਰੋਬ ਖੋਲੀ ਗਈ। ਉਸ 'ਚੋਂ ਇੱਕ ਨਵੀਂ ਪੀਲੀ ਰੇਸ਼ਮੀ ਧੋਤੀ ਕੱਢ ਕੇ ਰਾਧਾ ਨੇ ਪਲੰਗ ਤੇ ਰੱਖੀ। ਇੱਕ ਕਿੱਲੀ ਤੋਂ ਮੋਰ ਦੇ ਖੰਭਾਂ ਦਾ ਇੱਕ ਮੁਕਟ ਲਾਉਂਦਿਆਂ ਰਾਧਾ ਨੇ ਕਿਹਾ, ਕ੍ਰਿਸ਼ਨ ਚੰਦਰ, ਇਹ ਮੈਂ ਆਪਣੇ ਹੱਥੀਂ ਤੁਹਾਡੇ ਲਈ ਬਣਾਇਆ ਹੈ। ਮੈਂ ਹਾਲੇ ਵੀ ਹੈਰਾਨ ਖੜਾ ਸੀ ਜਦ ਰਾਧਾ ਨੇ ਸ਼ਿੰਗਾਰ ਟੇਬਲ ਦੇ ਦਰਾਜ਼ 'ਚੋਂ ਇੱਕ ਮੁਰਲੀ ਕੱਢ ਲਿਆਂਦੀ। 10 ਮਿੰਟਾਂ ਦੇ ਅੰਦਰ ਧੋਤੀ, ਮੁਕਟ, ਸਿਹਰੇ ਤੇ ਬੰਸਰੀ ਨਾਲ ਸਜਾ ਕੇ ਮੈਨੂੰ ਕੱਲ ਵਾਂਗ ਖੜਾ ਕੀਤਾ ਗਿਆ। ਇੱਕ ਸਿਹਰਾ ਸਾਹਮਣੀ ਤਸਵੀਰ ਦੇ ਗਲ ਵੀ ਪਵਾਇਆ ਗਿਆ। ਮੈਂ ਆਪਣਾ ਮੂੰਹ ਜਦ ਸਾਹਮਣੇ ਸ਼ੀਸ਼ੇ 'ਚ ਦੇਖਿਆ ਤਾਂ ਹੂ ਬਹੂ ਸਾਹਮਣੀ ਤਸਵੀਰ ਵਰਗਾ ਸੀ। ਮੈਂ ਪੁੱਛਿਆ, ਰਾਧਾ, ਉਹ ਕਿਹਦੀ ਤਸਵੀਰ ਹੈ? ਉਸ ਮੁਸਕਰਾਉਂਦਿਆਂ ਕਿਹਾ, ਤੁਹਾਨੂੰ ਪਤਾ ਹੀ ਨਹੀਂ? ਕ੍ਰਿਸ਼ਨ ਚੰਦਰ ਦੀ। ਮੇਰੀ? ਮੈਂ ਪੁੱਛਿਆ। ਹਾਂ, ਕ੍ਰਿਸ਼ਨ ਚੰਦਰ ਦੀ। ਮਾਚਸ ਬਾਲ ਕੇ ਥਾਲੀ ਵਿਚਲੇ 5 ਦੀਵੇ ਜਗਾਏ ਗਏ ਤੇ ਰਾਧਾ ਦੋਹਾਂ ਹੱਥਾਂ ਵਿੱਚ ਉਹਨਾਂ ਨੂੰ ਲੈ ਕੇ ਹਾਜ਼ਰ ਹੋਈ। ਮੇਰੇ ਸਾਹਮਣੇ ਖੜੋ ਕੇ ਉਸ ਦੋਵੇਂ ਅੱਖਾਂ ਮੀਟ ਲਈਆਂ। ਅੱਖਾਂ ਖੋਲ ਕੇ ਥਾਲੀ ਦੇ ਇੱਕ ਕੰਢੇ ਤੇ ਘੋਲੇ ਹੋਏ ਕੇਸਰ ਤੇ ਚੌਲਾਂ ਦਾ ਉਸ ਆਪਣੀ ਚੀਚੀ ਨਾਲ ਦੀ ਉਂਗਲੀ ਨਾਲ ਲੈ ਮੈਨੂੰ ਟਿੱਕਾ ਲਾ ਦਿੱਤਾ। ਮੈਨੂੰ ਖਬਰੇ ਕੀ ਸੁੱਝੀ। ਮੈਂ ਵੀ ਆਪਣੀ ਉਸੇ ਉਂਗਲੀ ਨੂੰ ਕੇਸਰ ਲਾ ਕੇ ਹੱਥ ਉਹਦੇ ਮੱਥੇ ਵੱਲ ਵਧਾਇਆ। ਉਸ ਮੱਥਾ ਝੁਕਾ ਦਿੱਤਾ। ਮੇਰੀ ਉਂਗਲੀ ਲੱਗਦਿਆਂ ਹੀ ਉਹ ਕੰਬ ਉੱਠੀ। ਉਹਦੀ ਦੀਵਿਆਂ ਵਾਲੀ ਥਾਲੀ ਉਹਦੇ ਹੱਥਾਂ 'ਚ ਕੰਬੀ। ਦੀਵਿਆਂ ਦੀਆਂ ਲਾਟਾਂ ਕੰਬੀਆਂ, ਧੂਫ ਦਾ ਧੂੰਆਂ ਕੰਬਿਆ ਤੇ ਘੁੰਗਰੂਆਂ ਵਰਗੀ ਛਣਕਦੀ ਆਵਾਜ਼ ਖਬਰੇ ਕਿਵੇਂ ਉਹਦੇ ਪੈਰਾਂ 'ਚ ਕੰਬੀ। ਇੱਕਦਮ ਉਹ ਆਪਣੀ ਥਾਂ ਤੋਂ ਹਿੱਲੀ, ਇਉਂ ਅਗਾਂਹ ਵਧੀ ਜਿਵੇਂ ਤਿਲਕ ਕੇ ਡਿੱਗਣ ਲੱਗੀ ਹੋਵੇ, ਪਰ ਝੱਟ ਹੀ ਉਹ ਸੰਭਲ ਗਈ।
ਹੌਲੀ ਹੌਲੀ ਉਹਦੇ ਤਿਲਕਣ ਤੇ ਸੰਭਲਣ ਦੀ ਚਾਲ ਵੱਧਦੀ ਗਈ। ਮੈਂ ਸਮਝ ਗਿਆ ਕਿ ਨਾਚ ਸ਼ੁਰੂ ਹੈ। ਉਹਦੇ ਲੱਕ ਝੁਕਾਉਣ ਨਾਲ ਉਹਦੇ ਖੁੱਲੇ ਵਾਲ ਧਰਤੀ ਨੂੰ ਛੂਹ ਜਾਂਦੇ ਸਨ। ਉਹ ਹਵਾ ਦੀ ਪੁਤਲੀ ਲਹਿਰਾਂ ਵਾਂਗ ਦੂਰੀ ਹੋ ਜਾਂਦੀ ਸੀ। ਚਾਲ ਤੇਜ਼ ਹੋਣੀ ਸ਼ੁਰੂ ਹੋਈ। ਘੁੰਗਰੂਆਂ ਦੀ ਘੂਕਰ ਨਾਲ ਕਮਰੇ 'ਚ ਇੱਕ ਸੁੱਕਤਾ ਜਿਹੀ ਛਾ ਗਈ। ਚਾਲ ਹੋਰ ਤੇਜ਼ ਹੋ ਗਈ। ਜਗਦੀਆਂ ਜੋਤਾਂ ਦਾ ਇੱਕ ਚੱਕਰ ਮੇਰੇ ਦੁਆਲੇ ਵੱਜ ਗਿਆ। ਮੇਰੀਆਂ ਅੱਖਾਂ ਅੱਗੇ ਭੰਬਰ ਤਾਰੇ ਉੱਡਣ ਲੱਗ ਪਏ। ਮੇਰੇ ਦੁਆਲੇ ਕਈ ਰਾਧਾ ਦਿਸਣ ਲੱਗ ਪਈਆਂ। ਮੇਰੀ ਆਪਣੀ ਸ਼ਕਲ ਦੇ ਕਈ ਮੁੰਡੇ ਮੇਰੀ ਹੁਣ ਦੀ ਪੁਸ਼ਾਕ 'ਚ ਉਹਨਾਂ ਨਾਲ ਸਨ। ਮੇਰੇ ਉੱਤੇ ਮੇਰਾ ਆਪਣਾ ਕਾਬੂ ਘੱਟ ਮਾਲੂਮ ਹੁੰਦਾ ਸੀ। ਇਉਂ ਮਾਲੂਮ ਹੋਣ ਲੱਗਾ ਜਿਵੇਂ ਕਿਸੇ ਨੇ ਮੇਰੀਆਂ ਉਂਗਲਾਂ ਮੁਰਲੀ ਦੀਆਂ ਛੇਕਾਂ ਤੇ ਬਦੋ-ਬਦੀ ਰੱਖ ਦਿੱਤੀਆਂ। ਮੈਂ ਵੱਡੇ ਛੇਕ ਤੇ ਹੇਠਲਾ ਬੁੱਲ ਰੱਖ ਕੇ ਫੂਕ ਮਾਰੀ। ਮੇਰੀਆਂ ਨਿੱਕੀਆਂ-ਨਿੱਕੀਆਂ ਉਂਗਲਾਂ ਖਬਰੇ ਕਿੱਦਾਂ ਉਹਨਾਂ ਛੇਕਾਂ ਤੇ ਨਾਚ ਕਰਨ ਲੱਗ ਪਈਆਂ। ਮੈਂ ਕਦੇ ਬੰਸਰੀ ਨਹੀਂ ਵਜਾਈ ਸੀ ਤੇ ਨਾ ਹੀ ਹੁਣ ਕੋਈ ਸਾਜ਼ ਵਜਾ ਸਕਦਾ, ਪਰ ਉਸ ਵੇਲੇ ਵਰਗੀ ਬੰਸਰੀ ਮੈਂ ਕਦੇ ਕਿਸੇ ਉਸਤਾਦ ਕੋਲੋਂ ਵੀ ਨਹੀਂ ਸੁਣ ਸਕਿਆ। ਹੌਲੀ-ਹੌਲੀ ਮੇਰੀਆਂ ਉਂਗਲਾਂ ਢਿੱਲੀਆਂ ਪੈਣੀਆਂ ਸ਼ੁਰੂ ਹੋ ਗਈਆਂ। ਨਾਚ ਦੀ ਚਾਲ ਘਟਦੀ ਘਟ ਗਈ। ਰਾਧਾ ਇੱਕ ਰਹਿ ਗਈ, ਮੈਂ ਇੱਕ ਰਹਿ ਗਿਆ। ਕਮਰੇ 'ਚ ਕਬਰ ਵਰਗੀ ਚੁੱਪ ਛਾ ਗਈ। ਰਾਧਾ ਸ਼ਰਾਬੀਆਂ ਵਾਂਗ ਹੁਲਾਰੇ ਖਾ ਰਹੀ ਸੀ, ਪਰ ਦੀਵਿਆਂ ਵਾਲੀ ਥਾਲੀ ਨੂੰ ਨਹੀਂ ਸੀ ਡਿੱਗਣ ਦਿੰਦੀ। ਮੈਂ ਆਪਣੀ ਥਾਂ ਛੱਡ ਕੇ ਅਗਾਂਹ ਵਧਿਆ। ਥਾਲੀ ਉਹਦੇ ਹੱਥੋਂ ਫੜ ਕੇ ਸ਼ਿੰਗਾਰ ਟੇਬਲ ਤੇ ਰੱਖਣ ਦੀ ਦੇਰ ਸੀ, ਉਹ ਕੜਮ ਕਰਕੇ ਭੁੰਜੇ ਡਿੱਗ ਪਈ। ਮੁਰਲੀ ਮੰਜੇ ਤੇ ਸੁੱਟ ਕੇ ਮੈਂ ਉਹਨੂੰ ਸਾਂਭਿਆ। ਪਤਾ ਨਹੀਂ ਉਦੋਂ ਮੇਰੇ 'ਚ ਇੰਨਾ ਬਲ ਕਿੱਥੋਂ ਆ ਗਿਆ। ਮੈਂ ਹਰ ਹਾਲਤ ਆਪਣੇ ਆਪ ਨੂੰ ਪੂਰਾ ਆਦਮੀ ਸਮਝਦਾ ਸੀ। ਆਪਣੀ ਧੋਤੀ ਦੇ ਪੱਲੇ ਨਾਲ ਮੈਂ ਉਹਨੂੰ ਪੱਖਾ ਕਰਕੇ ਪੂਰੀ ਹੋਸ਼ 'ਚ ਲਿਆਂਦਾ। ਉਸ ਉੱਠ ਕੇ ਮੇਰੀ ਗੱਲ ਚੁੰਮ ਲਈ। ਕੰਬਣੀਆਂ ਦਾ ਹੜ ਮੇਰੀ ਨਸ 'ਚ ਫਿਰ ਗਿਆ। ਮੈਂ ਨੀਂਦ ਬੇਹੋਸ਼ੀ ਦੀ ਹਾਲਤ ਵਿੱਚ ਉਹਨੂੰ ਆਪਣੀ ਗਲਵੱਕੜੀ 'ਚ ਲੈ ਲਿਆ। ਉਹ ਫੇਰ ਕੰਬੀ ਤੇ ਇੱਕ ਵਾਰੀ ਆਪਣੀਆਂ ਬਾਹਾਂ ਨਾਲ ਮੈਨੂੰ ਘੁੱਟ ਕੇ ਮੇਰੀਆਂ ਬਾਹਾਂ 'ਚ ਆਪਣੇ ਆਪ ਨੂੰ ਨਿੱਸਲ ਸੁੱਟ ਦਿੱਤਾ। ਮੈਂ ਉਹਦੀਆਂ ਗੱਲਾਂ ਚੁੰਮੀਆਂ, ਬੁੱਲ ਚੁੰਮੇ, ਅੱਖਾਂ ਚੁੰਮੀਆਂ, ਵਾਲ ਚੁੰਮੇ, ਪਰ ਉਹ ਨਿੱਸਲ ਪਈ ਸੀ। ਮੈਂ ਉਹਦੇ ਚਿਹਰੇ ਵੱਲ ਦੇਖਣ ਲੱਗ ਪਿਆ। ਕੁਝ ਚਿਰ ਮਗਰੋਂ ਉਸ ਆਪਣੀਆਂ ਨੀਂਦ ਬੇਹੋਸ਼ ਅੱਖਾਂ ਖੋਲ੍ਹੀਆਂ ਤੇ ਝੱਟ ਹੀ ਬੰਦ ਕਰ ਲਈਆਂ। ਅਚਾਨਕ ਬੂਹਾ ਖੜਕਿਆ। ਅਸੀਂ ਉੱਠ ਖੜੋਤੇ। ਕੋਈ ਆਵਾਜ਼ ਨਾ ਆਈ। ਮੈਂ ਫੇਰ ਪਹਿਲਾ ਕ੍ਰਿਸ਼ਨ ਬਣਾਇਆ ਗਿਆ। ਕਾਫੀ ਦੇਰ ਹੋ ਗਈ ਜਦ ਮੈਂ ਆਪਣੇ ਘਰ ਪਹੁੰਚਿਆ। ਭਾਗ ਤੀਸਰਾ। ਡਾਕਟਰ ਨੂੰ ਦਿਖਾਇਆ ਗਿਆ। ਉਸ ਦੱਸਿਆ ਕਿ ਮੇਰੀ ਸਿਹਤ ਬਿਲਕੁਲ ਠੀਕ ਹੈ। ਭੁੱਖ ਕਿਉਂ ਨਹੀਂ ਲੱਗਦੀ ਇਹਨੂੰ? ਮੇਰੇ ਪਿਤਾ ਜੀ ਨੇ ਡਾਕਟਰ ਤੋਂ ਪੁੱਛਿਆ। ਹਾਜ਼ਮਾ ਤਾਂ ਦਰੁਸਤ ਹੈ, ਡਾਕਟਰ ਨੇ ਜਵਾਬ ਦਿੱਤਾ। ਸਕੂਲ ਦੇ ਇਮਤਿਹਾਨ ਦੀ ਰਿਪੋਰਟ ਚੰਗੀ ਸੀ, ਫਿਰ ਵੀ ਮੇਰੀ ਨਿਗਰਾਨੀ ਰੱਖੀ ਜਾਣ ਲੱਗ ਪਈ। ਮੈਂ ਰੋਜ਼ ਰਾਧਾ ਦੇ ਜਾਂਦਾ ਸੀ। ਇਹਦਾ ਕਦੇ ਕਿਸੇ ਨੂੰ ਸ਼ੱਕ ਨਹੀਂ ਸੀ, ਪਰ ਮੇਰੀ ਝਾਈ ਨੂੰ, ਜਿਨ੍ਹਾਂ ਨੂੰ ਮੇਰੀ ਰਾਤ ਦੀ ਰੋਟੀ ਰੋਜ਼ ਨਾ ਖਾਣ ਕਰਕੇ ਫਿਕਰ ਲੱਗਾ ਰਹਿੰਦਾ ਸੀ, ਖੁਫੀਆ ਪੁਲਿਸ ਵਾਂਗ ਮੇਰੇ ਮਗਰ ਲੱਗ ਗਏ। ਇੱਕ ਦਿਨ ਜਦ ਮੈਂ ਰਾਧਾ ਵੱਲ ਗਿਆ ਤਾਂ ਦੱਬੇ ਪੈਰੀਂ ਲੁਕ ਕੇ ਮੇਰੇ ਪਿੱਛੇ ਗਏ। ਬੂਹਾ ਅੰਦਰੋਂ ਬੰਦ ਹੋ ਜਾਣ ਦੀ ਹਾਲਤ 'ਚ ਉਹ ਅੰਦਰ ਨਾ ਆ ਸਕੇ। ਬਾਹਰ ਬੂਹੇ ਨਾਲ ਕੰਨ ਲਾ ਕੇ ਖਬਰੇ ਕਿੰਨੇ ਚਿਰ ਖੜੇ ਰਹੇ ਹੋਣਗੇ। ਨਾਚ ਮੁੱਕਣ ਤੋਂ ਮਗਰੋਂ ਸਾਨੂੰ ਉਹਨਾਂ ਦੀਆਂ ਤੇਜ਼ ਆਵਾਜ਼ਾਂ ਸੁਣਾਈ ਦਿੱਤੀਆਂ। ਉੱਚੀ ਉੱਚੀ ਕਹਿ ਰਹੇ ਸਨ, ਰਾਮ ਪਿਆਰੀ, ਰਾਮ ਪਿਆਰੀ। ਮੈਂ ਤਾਂ ਡਰ ਗਿਆ, ਪਰ ਰਾਧਾ ਨੇ ਉਹ ਕੱਪੜੇ ਛੇਤੀ ਲਾਹ ਦਿੱਤੇ ਤੇ ਮੇਰੇ ਪਾ ਦਿੱਤੇ। ਮੂੰਹ ਹੱਥ ਆਵਾਜ਼ਾਂ ਦੀ ਵਾਛੜ ਵਿੱਚ ਹੀ ਧੁਆ ਦਿੱਤੇ ਗਏ ਤੇ ਮੈਨੂੰ ਫਿਰ ਉਸੇ ਅੰਦਰ ਲੁਕਾ ਕੇ ਬਾਹਰ ਨਿਕਲੀ ਤੇ ਬੂਹਾ ਖੋਲ ਕੇ ਮੇਰੀ ਝਾਈ ਜੀ ਨੂੰ ਪੁੱਛਿਆ, ਕੀ ਗੱਲ ਹੈ? ਝਾਈ ਨੇ ਗੁੱਸੇ ਭਰੀਆਂ ਅੱਖਾਂ ਨਾਲ ਪੁੱਛਿਆ, ਕ੍ਰਿਸ਼ਨ ਕਿੱਥੇ ਹੈ? ਰਾਧਾ ਨੇ ਆਖਿਆ, ਇੱਥੇ ਕਿਤੇ ਹੋਏਗਾ। ਮੈਂ ਆਪ ਅੰਦਰ ਵੜਦਾ ਦੇਖਿਆ। ਝਾਈ ਨੇ ਕੜਕ ਕੇ ਕਿਹਾ, ਮੈਂ ਅੰਦਰ ਵੇਖਦੀ ਹਾਂ। ਰਾਧਾ ਨੇ ਬੜੀ ਸ਼ਾਂਤੀ ਨਾਲ ਕਿਹਾ। ਮੇਰੇ ਸੁੱਤਿਆਂ ਕਈ ਵਾਰ ਅੰਦਰ ਦਾ ਬੂਹਾ ਅੜਾ ਕੇ ਇਕੱਲਾ ਖੇਡਦਾ ਰਹਿੰਦਾ ਹੈ। ਅੰਦਰ ਆ ਕੇ ਉਸ ਮੈਨੂੰ ਬਾਹਾਂ ਤੋਂ ਫੜ ਲਿਆ ਤੇ ਡਰ ਨਾਲ ਨਤਾਣਿਆਂ ਵਾਂਗ ਕੰਬ ਰਿਹਾ ਸਾਂ। ਰਾਧਾ ਨੇ ਹੌਲੀ ਜੀ ਕਿਹਾ, ਡਰੋ ਨਾ ਮੇਰੇ ਕ੍ਰਿਸ਼ਨ, ਅਸੀਂ ਚੋਰੀ ਨਹੀਂ ਕੀਤੀ, ਪਾਪ ਨਹੀਂ ਕੀਤਾ। ਮੈਂ ਹੌਸਲਾ ਕਰਕੇ ਉਸੇ ਤਰ੍ਹਾਂ ਧਰੀਕਦਾ ਉਸ ਨਾਲ ਬਾਹਰ ਆਂਦਾ ਗਿਆ। ਮੇਰੀ ਬਾਂਹ ਝਾਈ ਨੂੰ ਫੜਾਉਂਦਿਆਂ ਉਸ ਆਖਿਆ, ਆ ਲਓ ਫੜੋ ਆਪਣਾ ਮੱਖਣ ਚੋਰ, ਅੰਦਰਲੇ ਕਮਰੇ 'ਚ ਲੁਕਿਆ ਹੋਇਆ ਸੀ। ਮੇਰੀ ਝਾਈ ਮੈਨੂੰ ਛੱਡ ਕੇ ਅੰਦਰ ਵੜ ਗਈ। ਵੱਖੀ ਵਾਲੇ ਕਮਰੇ 'ਚ ਖਿਲ ਰਹੀਆਂ ਚੀਜ਼ਾਂ ਤੇ ਜਗਦੀਆਂ ਜੋਤਾਂ ਦੇਖ ਕੇ ਉਸ ਉੱਚੀ ਦਿੱਤੀ ਹੋਂ ਤੇ ਕੀਤਾ ਤੇ ਇੱਕ ਸ਼ੱਕ ਭਰੀ ਨਜ਼ਰ ਰਾਧਾ ਤੇ ਸੁੱਟ ਕੇ ਬੜੀ ਆਕੜ ਨਾਲ ਮੁੜ ਆਈ। ਆਉਂਦੀਆਂ ਹੀ ਮੈਨੂੰ ਪੈਣੀਆਂ ਸ਼ੁਰੂ ਹੋ ਗਈਆਂ। ਰਾਧਾ ਛੁਡਾਉਣ ਵਾਸਤੇ ਬਾਹਰ ਆਈ, ਪਰ ਫੇਰ ਅੰਦਰ ਮੁੜ ਗਈ। ਫੇਰ ਆਈ, ਫੇਰ ਮੁੜ ਗਈ। ਮੇਰੀ ਗੱਲ ਤੇ ਚਪੇੜ ਪੈਂਦਿਆਂ ਹੀ ਉਹ ਇਕੱਠੀ ਹੋ ਜਾਂਦੀ ਸੀ। ਭਾਗ ਚੌਥਾ। ਕਮਰੇ 'ਚ ਮੈਨੂੰ ਡੱਕ ਕੇ ਝਾਈ ਜੀ ਪਿਤਾ ਜੀ ਨੂੰ ਉਡੀਕਦੇ ਰਹੇ। ਮੈਂ ਜਾਣ ਕੇ ਘੁਰਾੜੇ ਮਾਰਨ ਲੱਗ ਪਿਆ। ਬੜੇ ਪ੍ਰੇਮ ਨਾਲ ਝਾਈ ਜੀ ਨੇ ਪਿਤਾ ਜੀ ਨੂੰ ਰੋਟੀ ਖਵਾਈ। ਰੋਟੀ ਖਾ ਕੇ ਕੁਝ ਚਿਰ ਵਰਾਂਡੇ 'ਚ ਟਹਿਲਣ ਮਗਰੋਂ ਪਿਤਾ ਜੀ ਆਪਣੇ ਪਲੰਗ ਤੇ ਆ ਲੇਟੇ। ਝਾਈ ਜੀ ਨੇ ਵੀ ਬਾਕੀ ਕੰਮ ਖਤਮ ਕਰਕੇ ਆਪਣੀ ਮੰਜੀ ਮੱਲੀ। ਕੁਝ ਚਿਰ ਮਗਰੋਂ ਝਾਈ ਨੇ ਹੌਲੀ ਜੀ ਕਿਹਾ, ਇਹ ਜੀ ਜਾਗਦੇ ਹੋ? ਪਿਤਾ ਜੀ ਨੇ ਪਾਸਾ ਮੁੜ ਕੇ ਕਿਹਾ, ਆਹੋ।
ਮੈਂ ਇੱਕ ਗੱਲ ਕਰਨੀ ਸੀ, ਝਾਈ ਜੀ ਨੇ ਇਸ ਲਹਿਜੇ 'ਚ ਕਿਹਾ ਜਿਵੇਂ ਗੱਲ ਬੜੀ ਜ਼ਰੂਰੀ ਹੋਵੇ। ਕੀ ਗੱਲ? ਝਾਈ ਜੀ ਨੇ ਅੱਜ ਜੋ ਕੁਝ ਦੇਖਿਆ ਸੁਣਿਆ ਸੀ ਆਖ ਸੁਣਾਇਆ ਤੇ ਅੰਤ 'ਚ ਕਿਹਾ, ਖਬਰੇ ਕੀ ਕਰਦੀ ਰਹਿੰਦੀ ਹੈ ਬੰਗਾਲਨ ਜਾਦੂਗਰਨੀ ਮੇਰੇ ਲਾਲ ਨੂੰ ਅੰਦਰ ਵਾੜ ਕੇ। ਪਿਤਾ ਜੀ ਨੇ ਉੱਤਰ ਦਿੱਤਾ, ਸ਼ੁਦੈਨ ਨਾ ਬਣਿਆ ਕਰ ਸੌਦਾ। ਝਾਈ ਨੇ ਬਹੁਤ ਜ਼ੋਰ ਦੇਣ ਤੇ ਪਿਤਾ ਜੀ ਨੇ ਆਖਿਆ, ਅੱਛਾ ਮਿਲਾਂਗੇ ਬੁੱਢੇ ਨੂੰ ਸਵੇਰੇ। ਭਾਗ 5। ਤੀਜੇ ਦਿਨ ਮੈਂ ਸਕੂਲੋਂ ਜਦੋਂ ਮੁੜਿਆ, ਮੈਂ ਆਪਣੇ ਘਰ ਜਾਣ ਦੀ ਥਾਂ ਪਹਿਲੋਂ ਹੀ ਰਾਧਾ ਦੇ ਘਰ ਵੱਲ ਮੁੜਿਆ। ਬੂਹਾ ਚੌੜ ਚਪੱਟ ਖੁੱਲ੍ਹਾ ਸੀ, ਅੰਦਰ ਕੋਈ ਸਮਾਨ ਨਹੀਂ ਸੀ। ਮੈਂ ਅੱਖਾਂ ਮਲ ਕੇ ਗੌਰ ਨਾਲ ਫੇਰ ਤੱਕਿਆ, ਫੇਰ ਵੀ ਨਹੀਂ ਸੀ। ਮੈਂ ਨਾਲ ਦੇ ਕਮਰੇ 'ਚ ਗਿਆ, ਉੱਥੇ ਵੀ ਕੋਈ ਨਹੀਂ ਸੀ। ਮੈਨੂੰ ਏਦਾਂ ਪ੍ਰਤੀਤ ਹੋਣ ਲੱਗਾ ਜਿਵੇਂ ਮੇਰੇ ਸਰੀਰ ਨਾਲੋਂ ਕੋਈ ਅੰਗ ਕੱਟ ਲਿਆ ਗਿਆ। ਮੈਂ ਬਸਤੇ ਸਮੇਤ ਕਮਰੇ ਦੀ ਨੁੱਕਰ 'ਚ ਧੱਸ ਗਿਆ। ਏਦਾਂ ਮਾਲੂਮ ਹੁੰਦਾ ਸੀ ਜਿਵੇਂ ਮੈਂ ਪਤਾਲ ਵੱਲ ਜਾ ਰਿਹਾ। ਅਚਾਨਕ ਕਿਸੇ ਮੇਰੀ ਬਾਂਹ ਆ ਫੜੀ। ਪਹਿਲੋਂ ਮੈਂ ਸਮਝਿਆ ਰਾਧਾ ਹੋਏਗੀ, ਪਰ ਬਾਂਹ ਬੜੇ ਜ਼ੋਰ ਨਾਲ ਫੜੀ ਗਈ ਸੀ। ਮੈਂ ਤਾਂ ਤੱਕਿਆ, ਝਾਈ ਸੀ। ਮੈਂ ਰੋ ਰਿਹਾ ਸੀ। ਝਾਈ ਮੈਨੂੰ ਧੂ ਕੇ ਆਪਣੇ ਪਾਸੇ ਵੱਲ ਲਿਜਾ ਰਹੀ ਸੀ। ਧੰਨਵਾਦ।